ਉੱਘੇ ਸਮਾਜ ਸੇਵਕ ਮਹਿੰਦਰਪਾਲ ਲੂੰਬਾ ਨਾਲ ਰਾਜਨੀਤਿਕ ਕੜ ਕੱਢਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਕੀਤੀ ਗਈ ਨਜਾਇਜ਼ ਬਦਲੀ ਦੇ ਸਬੰਧ ਵਿੱਚ ਸਮੂਹ ਮੁਲਾਜ਼ਮ ਜਥੇਬੰਦੀਆਂ, ਫੈਡਰੇਸ਼ਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਸਾਂਝੀ ਮੀਟਿੰਗ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਅਤੇ ਰੂਰਲ NGO ਕਲੱਬ ਐਸੋਸੀਏਸ਼ਨ ਮੋਗਾ ਦੇ ਮੁੱਖ ਦਫ਼ਤਰ ਵਿੱਚ ਕੀਤੀ। ਸਮੂਹ ਸੰਸਥਾਵਾਂ ਦੇ ਮੁਖੀਆਂ ਨੇ ਹੱਕ, ਸੱਚ ਅਤੇ ਨਿਆਂ ਲਈ ਲੜਦੇ ਹੋਏ ਮਹਿੰਦਰਪਾਲ ਲੂੰਬਾ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਅਤੇ ਭਰੋਸਾ ਦਿਵਾਇਆ ਕਿ ਜਿੰਨਾ ਚਿਰ ਇਨਸਾਫ ਨਹੀਂ ਮਿਲ ਜਾਂਦਾ ਉਹਨਾਂ ਚਿਰ ਸੰਘਰਸ਼ ਜਾਰੀ ਰਹੇਗਾ। ਸਾਥੀ ਮੁੜ ਤੋਂ ਹੀ ਜਿਹੜਾ ਇਹ ਰਾਜਨੀਤਿਕ ਲੋਕਾਂ ਦੀ ਜਿਹੜੀ ਥੋੜੀ ਸਾਜ਼ਿਸ਼ ਹੈ ਜਿਹੜੀ ਉਹਦਾ ਸ਼ਿਕਾਰ ਹੁੰਦਾ ਰਿਹਾ, ਚਾਹੇ ਅਕਾਲੀ ਭਾਜਪਾ ਵੇਲੇ ਸਰਜੀਤ ਕੁਮਾਰ ਜੈਣੀ ਜੀ ਦੀ ਹੈਲਥ ਮਿਨਿਸਟਰ, ਉਦੋਂ ਵੀ ਇੱਥੇ ਆ ਕੇ ਸਪੈਸ਼ਲ ਸਾਡੇ ਜਿਹੜੇ ਬਲਾਕ ਫੁੱਟੀਕਿਆਂ ਦੇ ਵਿੱਚ ਆ ਕੇ ਜਿਹੜੇ ਇਹਨਾਂ ਨੂੰ ਸਸਪੈਂਡ ਕਰਕੇ ਗਏ ਸੀ, ਉਹ ਵੀ ਆਪਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਬਹਾਲ ਕਰਵਾਇਆ ਸੀ। ਤੇ ਅੱਜ ਫੇਰ ਉਸੇ ਸਾਜ਼ਿਸ਼ ਦੇ ਤਹਿਤ ਜਿਹੜਾ ਸਾਥੀ ਜਿਹੜਾ ਉਸ ਰਾਜਨੀਤਿਕ ਲੋਕਾਂ ਦਾ ਜਿਹੜਾ ਸ਼ਿਕਾਰ ਹੋਇਆ, ਕਿਉਂਕਿ ਇਹ ਲੜਾਈ ਹੈ ਜਿਹੜੀ ਇਹ ਅੱਜ ਤੋਂ ਨਹੀਂ, ਅਸੀਂ ਜਿਹੜੀ ਜਥੇਬੰਦਕ ਲੋਕ ਜਦੋਂ ਵੀ ਕਿਸੇ ਨਾਲ ਵਧੀਕੀ ਹੁੰਦੀ ਹੈ, ਪਿਛਲੇ ਸਮੇਂ 'ਚ ਸਾਡੇ ਸਿਵਲ ਹਸਪਤਾਲ ਦੇ ਵਿੱਚ ਵੀ ਸਾਡੇ ਡਾਕਟਰ ਰੀਤੂ ਜੈਨ ਐਪੀਡਮੋਲੋਜਿਸਟ ਸੀਗੇ, ਉਹਨਾਂ ਦੇ ਨਾਲ ਸਾਡੇ MLA ਹਰਜੋਤ ਕਮਲ ਜੀ ਨੇ ਜਿਹੜਾ ਉਹ ਮਿਸਬਿਹੇਵ ਕੀਤਾ ਸੀ ਤੇ ਅਸੀਂ ਉਹਦੇ ਵਿਰੁੱਧ ਜਿਹੜੀ ਆ ਉਹ ਲੜਾਈ ਲੜੀ ਸੀ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਬਣਾ ਕੇ, ਤੇ ਉਹਨਾਂ ਦੀ ਜਿਹੜੀ ਬਦਲੀ ਕੀਤੀ ਸੀ ਉਹ ਬਦਲੀ ਨੂੰ ਰੱਦ ਕਰਵਾਇਆ ਸੀਗਾ, ਕਿਉਂਕਿ ਇੱਕ ਲੇਡੀ ਡਾਕਟਰ ਦੇ ਨਾਲ ਜਿਹੜੀ ਮਿਸਬਿਹੇਵ ਕਰਨਾ, ਆ ਕੇ ਉਹਨਾਂ ਨੂੰ ਬੋਲਣਾ, ਉਹ ਜਿਹਦੇ ਨਾਲ ਦੀ ਨਾਲ ਜਿਹੜੀ ਉਹ ਬਦਲੀ ਕਰਵਾਈ। ਸਾਥੀ ਮਹਿੰਦਰਪਾਲ ਲੂੰਬਾ ਉਦੋਂ ਉਸ ਕਮੇਟੀ ਦੇ ਜਿਹੜੇ ਇਹ ਐਕਟਿਵ ਮੈਂਬਰ ਸੀ, ਇਹਨਾਂ ਦੀ ਦੇਖਰੇਖ ਦੇ ਵਿੱਚ ਲਗਾਤਾਰ ਸਿਵਲ ਹਸਪਤਾਲ ਦੇ ਵਿੱਚ 10 ਦਿਨ ਜਿਹੜਾ ਉਹ ਪ੍ਰੋਟੈਸਟ ਚੱਲਦਾ ਹੈ। ਉਹ ਕਿਤੇ ਨਾ ਕਿਤੇ ਉਦੋਂ ਤੋਂ ਵੀ ਉਹ ਲੋਕਾਂ ਦੀਆਂ ਅੱਖਾਂ 'ਚ ਇਹ ਰੜਕਦਾ ਸੀ। ਅੱਜ ਦਾ ਜਿਹੜਾ ਮਸਲਾ ਹੈ, ਜਿਹੜੀ ਆਵਾਜ਼ ਦਵਾਈ ਜਾ ਰਹੀ ਹੈ, ਉਹਦੇ ਲਈ ਆਪਾਂ ਸਾਰੇ ਵਿਚਾਰਾਂ ਕਰਨ ਲਈ ਇਕੱਠੇ ਹੋਏ ਹਾਂ। ਬਦਲੀ ਹੋਣੀ ਨਾ ਹੋਣੀ, ਇੱਕ ਮੁਲਾਜ਼ਮ ਦਾ ਕੋਈ ਮੁਲਾਜ਼ਮ ਉਹਦਾ ਇੱਕ ਹਿੱਸਾ ਹੈ, ਪਰ ਤੁਹਾਡੇ ਕੋਲ ਜਿਹੜਾ ਯੋਧਾ ਹੈ ਮਹਿੰਦਰਪਾਲ ਲੂੰਬਾ, ਇਹ ਵੇਖੋ ਸ਼ੁਰੂ ਤੋਂ ਜਿਹੜੀਆਂ ਵਾ ਸਮਾਜ ਸੇਵੀ ਐਕਟੀਵਿਟੀ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ ਹੈ। ਸਾਡਾ ਇੱਕ ਮੁਲਾਜ਼ਮ ਹੋਣ ਤੋਂ ਇਲਾਵਾ ਵੈਸੇ ਵੀ ਅਸੀਂ ਜੇ ਸੋਚੀਏ, ਸਾਡਾ ਹਰ ਇੱਕ ਦਾ ਜਿਹੜਾ ਇਨਸਾਨੀਅਤ ਦਾ ਫਰਜ਼ ਬਣਦਾ ਹੈ ਕਿ ਅਸੀਂ ਜਿਹੜਾ ਵਾ ਸਮਾਜ ਨੂੰ ਸੇਧ ਦੇਣ ਵਾਸਤੇ ਜਿਹੜਾ ਵਾ ਵੱਧ ਤੋਂ ਵੱਧ ਜਿਹੜੇ ਕੰਮ ਕਰੀਏ। ਪਰ ਪਾਰਟੀਆਂ ਨੂੰ ਜਿਹੜੀਆਂ ਇਹ ਗੱਲਾਂ ਕੁਝ ਨਹੀਂ ਸੋਚਦੀਆਂ, ਦੇਖੋ ਹਰ ਬੰਦਾ ਕਿਸੇ ਨਾ ਕਿਸੇ ਪਾਰਟੀ ਨਾਲ ਅੰਦਰੂਨੀ ਤੌਰ 'ਤੇ ਜੁੜਿਆ ਹੀ ਹੁੰਦਾ। ਕੋਈ ਕਿਸੇ ਨੂੰ ਡੰਡੇ ਨਾਲ ਨਹੀਂ ਜੋੜ ਸਕਦਾ, ਕੋਈ ਕਿਸੇ ਨੂੰ ਰੋਕ ਨਹੀਂ ਸਕਦਾ, ਕੋਈ ਪਾਬੰਦੀ ਨਹੀਂ ਲਾ ਸਕਦਾ, ਪਰ ਸਰਕਾਰ ਵੱਲੋਂ ਮੁਲਾਜ਼ਮਾਂ ਵਾਸਤੇ ਪਾਬੰਦੀਆਂ ਹੁੰਦੀਆਂ ਨੇ। ਪਰ ਫਿਰ ਵੀ ਜੇ ਅਸੀਂ ਇਹਨਾਂ ਆਵਾਜ਼ਾਂ ਨੂੰ ਦਬਾਵਾਂਗੇ ਤੇ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਆ ਚੇਂਜ ਆਈ ਹੈ, ਜੇ ਆਵਾਜ਼ ਉਠਾਉਣ ਵਾਲੇ ਨਾ ਹੁੰਦੇ ਅੱਜ ਵਾਲੀ ਚੇਂਜ ਨਹੀਂ ਸੀ। ਆਪਣੇ ਮੁਲਾਜ਼ਮ ਹੋਣ ਦੇ ਨਾਲ ਨਾਲ ਉਹ ਤੁਸੀਂ ਲਾ ਲਓ ਵੀ ਹਰ ਕਿਸੇ ਨੂੰ ਜਿਹੜਾ ਉਹ ਇਹਨਾਂ ਨੂੰ ਆਪਣਾ ਆਦਰਸ਼ ਮੰਨਦਾ। ਅਸੀਂ ਇਹ ਸੋਚਦੇ ਹਾਂ ਕਿ ਜਦੋਂ ਕਿਤੇ ਮੁਲਾਜ਼ਮ ਬਣਦੇ ਆ ਜਾਂ ਸਾਡੇ ਕੋਲ ਇਹੋ ਜਿਹੀਆਂ ਕਾਰਵਾਈਆਂ ਜਿਹੋ ਜਿਹੀਆਂ ਕਰਦੇ ਆ, ਜਿਹੋ ਜਿਹੀ ਐਕਟੀਵਿਟੀਜ਼ ਕਰਦੇ ਆ ਕਿ ਕਾਸ਼ ਕਿ ਅਸੀਂ ਕਰ ਸਕਦੇ ਹੈਗੇ। ਤੇ ਮੈਂ ਬਹੁਤੀ ਲੰਬੀ ਗੱਲ ਨਹੀਂ ਕੀਤੀ, ਮੈਂ ਤੁਹਾਨੂੰ ਸਿਰਫ ਇਹ ਕਹਿਣਾ ਚਾਹੁੰਦਾ ਕਿ ਅਗਰ ਇੱਡਾ ਵਧੀਆ ਕੰਮ ਕਰਦੇ ਆ, ਲੂੰਬਾ ਸਾਹਿਬ ਦਾ ਕੋਈ ਨੁਕਸਾਨ ਹੁੰਦਾ ਤਾਂ ਉਹਦਾ ਅਸਰ ਜਿਹੜਾ ਵਾ ਜਿਹੜੇ ਲੋਕ ਕੁਛ ਚੰਗਾ ਕਰਨਾ ਚਾਹੁੰਦੇ ਆ ਇਹ ਉਹਨਾਂ ਦੇ ਬੜਾ ਹੋਏਗਾ। ਜੇ ਕੋਈ ਮੁਲਾਜ਼ਮ ਆਪਣੀ ਸਰਵਿਸ ਦੇ ਨਾਲ ਕੋਈ ਲੋਕ ਹਿੱਤ ਦਾ, ਕੋਈ ਸਮਾਜ ਦੇ ਵਿੱਚ ਵਧੀਆ ਕੰਮ ਕਰਨਾ ਚਾਹੁੰਦਾ ਤੇ ਉਹਦਾ ਬੜਾ ਵੱਡਾ ਨੁਕਸਾਨ ਉਹਨਾਂ ਹੋਣਾ। ਲੋਕਾਂ ਨੇ ਚੱਟ ਨੈਗੇਟਿਵਿਟੀ ਜਾਣੀ ਹੈ ਵੀ ਦੇਖੋ ਜਿਹੜਾ ਬੰਦਾ ਇਹੋ ਜਿਹੀਆਂ ਕਾਰਵਾਈਆਂ ਕਰਦਾ ਸੀ ਉਹਦਾ ਕਿੰਨਾ ਨੁਕਸਾਨ ਹੋਇਆ, ਵੀ ਆਪਾਂ ਨਾ ਇਸ ਪਾਸੇ ਆਈਏ। ਸੋ ਮੈਂ ਤੁਹਾਡੇ ਸਾਰਿਆਂ ਕੋਲ, ਚਲੋ ਤੁਸੀਂ ਇੱਥੇ ਸਭ ਪਹੁੰਚੇ ਨੇ, ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੋ ਬੇਨਤੀ ਕਰੂੰਗਾ ਅਗਰ ਲੂੰਬਾ ਸਾਹਿਬ ਨੂੰ ਆਪਾਂ ਨੂੰ ਤਾਂ ਲੋੜ ਪੈਂਦੀ ਆ ਤੇ ਆਪਣਾ ਜਿਹੜਾ ਸਾਥ ਦਿਓ। ਸੋ ਸਾਡੀ ਅੱਜ ਦੀ ਇਤਿਹਾਸ ਦੀ ਇਹ ਗੱਲ ਹੀ ਅਸੀਂ ਸਾਬਿਤ ਕਰਦੇ ਵੀ ਅੱਜ ਬਿਨਾਂ ਮਤਲਬ ਕੋਈ ਹਜੇ ਕੋਈ ਲੰਬਾ ਚੌੜਾ ਪਰ ਸੰਘਰਸ਼ ਅੱਜ ਨਹੀਂ ਵੱਡਾ, ਉਹਦੇ ਬਾਵਜੂਦ ਅਸੀਂ ਆਏ ਹਾਂ। ਉਹ ਸਿਰਫ ਇਸ ਕਰਕੇ ਆਏ ਕਿ ਅਸੀਂ ਲੂੰਬਾ ਸਾਹਿਬ ਦੇ ਨਾਲ ਆ, ਜਿੱਥੇ ਵੀ ਇਹਨਾਂ ਨੂੰ ਸਾਡੀ ਲੋੜ ਪਊਗੀ ਅਸੀਂ ਜਿਹੜਾ ਵਾ ਉਹ ਇੱਕ ਆਵਾਜ਼ ਮਾਰਨ ਦੀ ਦੇ ਰਿਹਾ, ਅਸੀਂ ਉੱਥੇ ਜਿਹੜਾ ਹਰ ਹਾਲਤ ਪਹੁੰਚਾਂਗੇ। ਤੁਹਾਡੇ ਆਇਆਂ ਦਾ ਬਹੁਤ ਬਹੁਤ ਧੰਨਵਾਦ। ਹਮੇਸ਼ਾ ਸੱਚ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੇਰਾ ਸਾਥੀ ਮਹਿੰਦਰਪਾਲ ਲੂੰਬਾ ਜਿੰਨੇ ਅਸੀਂ ਸੰਘਰਸ਼ ਮੋਗੇ ਕੀਤੇ ਆ, ਹਮੇਸ਼ਾ ਸਾਡੇ ਸਾਥੀ ਰਹੇ ਨੇ। ਅਸੀਂ ਵੀ ਹੁਣ ਮੈਂ ਤੇ ਮੇਰੀ ਵਾਈਫ ਅਮਰਤ ਹਸਪਤਾਲ ਮੋਰੇ ਧਰਨਾ ਲਾਇਆ ਸੀ, ਗਰੀਬ ਪਰਿਵਾਰ ਦਾ ਬੱਚਾ ਸੀ, ਬੰਦਾ ਸੀ, ਉਹਦਾ ਗਲਤ ਆਪਰੇਸ਼ਨ ਹੋ ਗਿਆ ਸੀ। ਅਸੀਂ ਸੰਘਰਸ਼ ਕਰਕੇ
ਉਹਨੂੰ ਪਰਿਵਾਰ ਨੂੰ 5 ਲੱਖ ਰੁਪਇਆ ਦਵਾਇਆ ਸੀ। ਉਹਦੀ ਸਜ਼ਾ ਸਾਨੂੰ ਇਹ ਮਿਲੀ ਵੀ 188 ਦਾ ਸਾਡੇ ਦਾ ਪਰਚਾ ਹੋਇਆ। ਅਸੀਂ ਹੁਣ ਵੀ ਤਰੀਕਾ ਭੁਗਤਦੇ ਹਾਂ। ਅਸੀਂ ਤਾਂ ਤੁਹਾਡੇ ਨਾਲ ਹਮੇਸ਼ਾ ਖੜ੍ਹਨ ਨੂੰ ਤਿਆਰ ਹਾਂ, ਪਰ ਇਹ ਸਾਡੀ ਕਿਤੇ ਕਿਤੇ ਸਾਥ ਲੈ ਲਿਆ ਕਰੋ, ਕਿਉਂਕਿ ਅਸੀਂ ਵੀ ਸੰਘਰਸ਼ੀ ਹਾਂ, ਤੁਹਾਡੇ ਸਾਥੀ ਹਾਂ। ਲੋੜ ਪੈਣ ਦੇ ਨਾਲ ਇੱਕ ਦੂਜੇ ਦੇ ਆਪਾਂ ਖੜ੍ਹ ਕੇ ਹੀ ਜ਼ੁਲਮ ਜ਼ਬਰ ਦੇ ਖਿਲਾਫ ਆਪਾਂ ਲੜ ਸਕਦੇ ਹਾਂ। ਜੇ ਅੱਜ ਇਹ ਬਦਲਾਅ ਆਇਆ, ਇਹ ਆਪਣੇ ਅੱਗੇ ਸੰਘਰਸ਼ੀ ਲੋਕਾਂ ਕਰਕੇ ਆਇਆ। ਤੁਹਾਨੂੰ ਮੈਂ ਇਸ ਗੱਲ ਦਾ ਆਪ ਮਾਣ ਹੁਣ ਮੈਂ ਤੁਹਾਡੇ ਸਾਹਮਣੇ ਕਹਿਣਾ ਚਾਹੁੰਦਾ ਵੀ ਮੋਗੇ ਸ਼ਹਿਰ ਦੇ ਵਿੱਚ ਲੂੰਬਾ ਜੀ ਗਵਾਹ ਇਸ ਗੱਲ ਦੇ ਵੀ ਸਭ ਤੋਂ ਪਹਿਲੀ ਟੋਪੀ ਅਜੇ ਸ਼ਰਮਾ ਲੈ ਕੇ ਆਇਆ ਸੀ ਦਿੱਲੀ ਤੋਂ। ਉਦੋਂ ਮੈਨੂੰ ਲੋਕ ਨੇ, ਮੇਰੇ ਰਿਸ਼ਤੇਦਾਰ ਮੈਨੂੰ ਪਾਗਲ ਕਹਿੰਦੇ ਸੀ ਵੀ ਇਸ ਬੰਦੇ ਦਾ ਦਿਮਾਗ ਖਰਾਬ ਹੋ ਚੁੱਕਾ, ਪਰ ਮੈਨੂੰ ਪਤਾ ਸੀ ਵੀ ਇਹ ਮੇਰੀ ਸੋਚ ਕੀ ਹੈ, ਮੈਂ ਕੀ ਕਰਨਾ ਚਾਹੁੰਦਾ। ਹੁਣ ਵੀ ਮੈਨੂੰ ਟਿਕਟ ਮਿਲੇ ਨਾ ਮਿਲੇ ਕੋਈ ਦਿੱਕਤ ਨਹੀਂ, ਪਰ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਚਾਰੇ MLA ਆ, ਮੈਂ ਬਾਝ ਬਣ ਕੇ ਉਹਨਾਂ ਤੇ ਨਿਗਾਹ ਰੱਖੂਗਾ। ਕਿਸੇ ਵੀ ਲੋਕਾਂ ਨਾਲ ਧੱਕਾ ਨਹੀਂ ਹੋਊਗਾ, ਕਿਸੇ ਲੋਕਾਂ ਨਾਲ ਧੱਕਾ ਨਹੀਂ ਹੋਊਗਾ, ਕੋਈ ਗੁੰਡਾਗਰਦੀ ਦੀ ਪਰਚੀ ਨਹੀਂ ਲੱਗੂਗੀ, ਕੋਈ ਨਜਾਇਜ਼ ਕਿਸੇ ਤੰਗ ਨਹੀਂ ਕਰੂਗਾ। ਮੈਨੂੰ ਭਲਾ ਆਪਣੀ ਸਰਕਾਰ ਦੇ ਖਿਲਾਫ ਹੀ ਲੜਨਾ ਪਵੇ, ਆਪਦੇ MLA ਦੇ ਖਿਲਾਫ ਲੜਨਾ ਪਵੇ, ਮੈਂ ਲੜੂਗਾ। ਸੱਚੇ ਦੇ ਇਨਸਾਫ ਲਈ ਲੜਦਾ ਆਇਆ ਤੇ ਲੜਨ ਵਾਲੇ ਸਾਥੀਆਂ ਦਾ ਸਾਥ ਦਊਗਾ। ਜੈ ਹਿੰਦ, ਜੈ ਭਾਰਤ। ਸਾਡੇ ਜਿਹੜੇ ਸਾਥੀ ਮਹਿੰਦਰਪਾਲ ਲੂੰਬਾ ਜੀ, ਉਹਨਾਂ ਨੂੰ ਜਿਹੜਾ ਹਰਾਸ ਕੀਤਾ ਗਿਆ ਔਰ ਉਹਨਾਂ ਨੂੰ ਪੋਲੀਟੀਕਲ ਟਰੈਪ ਦੇ ਵਿੱਚ ਲਿਆ ਕੇ ਤੇ ਉਹਨਾਂ ਦੀ ਜਿਹੜੀ ਸਰਵਿਸ 'ਤੇ ਅਟੈਕ ਕੀਤਾ ਗਿਆ ਹੈਗਾ। ਇੱਥੋਂ ਤੱਕ ਉਹਨੂੰ ਟਰਮੀਨੇਟ ਕਰਨ ਦਾ ਵੀ ਸੋਚਿਆ ਜਾ ਰਿਹਾ ਸੀਗਾ, ਲੇਕਿਨ ਫਿਰ ਵੀ ਉਹ ਜਿਹੜੇ ਮਤਲਬ ਕਿ ਕੁਛ ਇਸ ਤਰ੍ਹਾਂ ਦੇ ਬੰਦੇ ਜਿਹੜੇ ਜ਼ਮੀਰ ਜਾਗਦੀ ਵਾਲੇ ਜਿਹੜੇ ਮੈਡਮ ਦੀ ਜਿਸ ਤਰ੍ਹਾਂ ਦੀ ਉਹਨਾਂ ਨੇ ਗੱਲ ਕੀਤੀ ਹੈ ਵੀ ਉਹਨਾਂ ਨੇ ਆਪਣਾ ਜਿਹੜਾ ਹੈ ਉਹਨਾਂ ਨੇ ਪ੍ਰੋਟੈਸਟ ਕੀਤਾ ਵੀ ਇਸ ਤਰ੍ਹਾਂ ਅਸੀਂ ਨਹੀਂ ਹੋਣ ਦੇਵਾਂਗੇ। ਅਤੇ ਡਾਇਰੈਕਟਰ ਸਾਹਿਬ ਜਿਨ੍ਹਾਂ ਨੇ ਗੱਲ ਕੀਤੀ ਹੈ, ਠੀਕ ਹੈ, ਜਿੱਥੇ ਮਾੜੇ ਬੰਦੇ ਆ ਸੋਸਾਇਟੀ ਦੇ ਵਿੱਚ ਉੱਥੇ ਜਾਗਦੀਆਂ ਜ਼ਮੀਰ ਵਾਲੇ ਬੰਦੇ ਵੀ ਹੈਗੇ ਆ। ਉਹਨਾਂ ਨੇ ਬੜਾ ਪੋਜ਼ੀਟਿਵ ਐਟੀਟਿਊਡ ਦਿਖਾਉਂਦੇ ਉਹਨਾਂ ਨੇ ਕਿਹਾ ਵੀ ਮੈਂ ਟਰਮੀਨੇਟ ਜਾਂ ਸਸਪੈਂਡ ਨਹੀਂ ਕਰਨਾ ਅਤੇ ਅਸੀਂ ਮਤਲਬ ਬਦਲੀ ਕਰਨੀ ਹੈ। ਲੇਕਿਨ ਉਹ ਅਗਰ ਉਹ ਬਦਲੀ 'ਤੇ ਵੀ ਅੱਜ ਲੜ ਜਾਂਦੇ ਮੈਂ ਬਦਲੀ ਵੀ ਨਹੀਂ ਕਰਨੀ ਅਤੇ ਉਹ ਜਿਹੜਾ ਸੀਗਾ ਇਹ ਜਿਹੜਾ ਸਿਨੈਰੋ ਸੀਗਾ ਹੋਰ ਹੀ ਤਰ੍ਹਾਂ ਦਾ ਬਣਨਾ ਸੀਗਾ। ਮੈਂ ਬਾਹਲੇ ਵਿਸਤਾਰ ਵਿੱਚ ਨਾ ਜਾਂਦਾ ਹੋਇਆ ਮੈਂ ਸਿਰਫ ਇੱਕ ਰਿਕੁਐਸਟ ਕਰਨੀ ਹੈ ਵੀ ਅੱਜ ਤੋਂ 2-4-6 ਮਹੀਨੇ ਪਹਿਲਾਂ ਦੀ ਗੱਲ ਹੈ, ਲੂੰਬਾ ਜੀ ਨਾਲ ਗੱਲ ਵੀ ਕੀਤੀ ਸੀਗੀ। ਮੈਂ ਕਿਹਾ ਜਿਸ ਤਰ੍ਹਾਂ ਇਹ ਆਪਣੇ ਮੋਗਾ ਸ਼ਹਿਰ ਦੀਆਂ ਅਲੱਗ-ਅਲੱਗ NGO ਹੈਗੀਆਂ, ਉਹ ਸਾਰਾ ਆਪਣਾ ਦਾ ਆਪਣੇ ਲੈਵਲ 'ਤੇ ਤਾਂ ਕੰਮ ਬਹੁਤ ਅੱਛਾ ਕਰ ਰਹੇ ਹੈਗੇ ਆ। ਕੋਈ ਵੀ ਆਪਣੇ ਮਤਲਬ ਕਿ ਆਪਣੇ ਕੰਮ ਤੋਂ ਪਿੱਛੇ ਨਹੀਂ ਹਟਦਾ ਗਾ। ਅਤੇ ਲੇਕਿਨ ਇਹਦੇ ਵਿੱਚ ਅੱਜ ਜ਼ਰੂਰਤ ਜੋ ਮੈਨੂੰ ਲੱਗ ਰਹੀ ਹੈ, ਮਹਿਸੂਸ ਹੋ ਰਹੀ ਹੈ, ਮੈਂ ਉਹਦੇ ਬਾਰੇ ਗੱਲ ਕਰਨੀ ਹੈ ਵੀ ਅਸੀਂ ਕੋਈ ਫੈਡਰੇਸ਼ਨ ਜਿਹੜੀ ਬਣਾਈ ਹੈ ਕੋਈ NGO ਦੀ, ਵੀ ਤਾਂ ਕਿ ਮਤਲਬ ਕਿ ਉਹਦੇ ਵਿੱਚ ਇਸ ਤਰ੍ਹਾਂ ਲਿਖੀਏ, ਉਹਦੇ ਵਿੱਚ ਇਸ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਨੋਟਿਸ ਦੇਈਏ, ਵਾਰਨਿੰਗ ਦੇਈਏ ਬਈ ਅਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਹਾਂ। NGO ਸਾਰੀਆਂ ਕੰਮ ਕਰਦੀਆਂ ਹੈਗੀਆਂ। ਅਗਰ ਸਾਡੇ ਕਿਸੇ ਬੰਦੇ 'ਤੇ ਕੋਈ ਭੀੜ ਪੈਂਦੀ ਹੈ ਜਾਂ ਕੋਈ ਉਹਨਾਂ ਨਾਲ ਕੋਈ ਨਜਾਇਜ਼ ਕੰਮ ਕੀਤਾ ਜਾਂਦਾ, ਅਸੀਂ ਜਿਹੜੇ ਉਹ NGO ਅਸੀਂ ਬਿਨਾਂ ਕਿਸੇ ਪੈਸੇ ਤੋਂ, ਬਿਨਾਂ ਕਿਸੇ ਹੋਰ ਕੰਸੀਡਰੇਸ਼ਨ ਤੋਂ ਅਸੀਂ ਕੰਮ ਕਰਦੇ ਹਾਂ, ਅਸੀਂ ਉਹਨਾਂ ਦੇ ਕੰਮ ਦਾ ਮਹੀਨੇ ਵਾਸਤੇ 2 ਮਹੀਨੇ ਵਾਸਤੇ ਅਸੀਂ ਐਡਮਿਨਿਸਟ੍ਰੇਸ਼ਨ ਦੇ ਨਾਲ ਬਾਈਕਾਟ ਕਰੀਏ ਤਾਂ ਕਿ ਇਹਨਾਂ ਨੂੰ ਸਬਕ ਮਿਲੇ ਵੀ ਅਗਰ ਇਹ ਸਾਰੀਆਂ NGO ਇਕੱਠੀਆਂ ਅਸੀਂ ਬਜਾਏ ਕਿ ਇਸ ਤਰ੍ਹਾਂ ਇੱਕ ਛੋਟੇ ਸਾਈਨ ਕਰ ਦਈਏ, ਕਿਤੇ ਨਹੀਂ ਪਤਾ ਲੱਗਦਾ ਵੀ ਇਹ ਕਿਹੜੀ NGO ਦਾ ਬੰਦਾ, ਇੱਕ ਸਾਡੀ ਫੈਡਰੇਸ਼ਨ ਬਣੇ। ਇਹ ਮੇਰੀ ਜ਼ਰੂਰ ਹੈ ਰਿਕੁਐਸਟ ਦੇ ਉੱਪਰ ਤੁਸੀਂ ਗੌਰ ਕਰਿਓ ਅਤੇ ਅਸੀਂ ਮਤਲਬ ਅੱਗੇ ਤੋਂ ਜਿਹੜਾ ਤਾਂ ਕਿ ਇਹ ਇੱਕ ਅਟੈਕ ਹੋਏਗਾ ਐਡਮਿਨਿਸਟ੍ਰੇਸ਼ਨ 'ਤੇ ਵੀ ਹੁਣ ਉਹਨਾਂ ਕੋਲ ਬੇਵਸ ਹੋ ਜਾਣਗੇ ਵੀ ਅਗਰ ਅਸੀਂ ਨਾ ਲਿਆ। ਸਾਡੇ ਅੱਜ ਦੇਖੋ ਸਾਡੇ NGO ਕੋਈ ਇਸ ਤਰ੍ਹਾਂ ਦੇ 2-4 ਨਹੀਂ ਵੀ ਆਏ, ਸਿੱਠੀ ਸਾਹਿਬ ਦੀ ਮੈਂ ਗੱਲ ਕਰਦਾ, ਉਹ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਦੇਖੋ ਲੋਕ ਅਦਾਲਤ ਲੱਗੀ ਹੈ, ਉਹਨਾਂ ਦੇ ਵਿੱਚ ਉੱਥੇ ਮੈਂਬਰ ਬਣ ਕੇ ਉੱਥੇ ਬੈਠੇ ਫੈਸਲੇ ਕਰ ਰਹੇ ਲੋਕਾਂ ਦੇ। ਅਗਰ ਅਸੀਂ ਇਹ ਕੰਮ ਨਹੀਂ ਕਰਾਂਗੇ ਉਹਨਾਂ ਨੂੰ ਪਤਾ ਲੱਗੇਗਾ। ਅੱਜ ਜਿਹੜੀ ਇਹ ਗੱਲ ਇਹਨਾਂ ਨੇ SK ਬਾਂਸਲ ਜੀ ਦੀ ਕੀਤੀ ਹੈ ਕਿ ਉਹ ਮੋਨੀਟਰਿੰਗ ਕਮੇਟੀ ਦੇ ਮੈਂਬਰ ਸੀਗੇ, ਹਰਸ਼ ਗੋਇਲ ਸੀਗੇ, ਸਾਰੇ ਇੰਪਲਾਈ ਨੇ, ਸਾਰੇ ਇੰਪਲਾਈ ਰਹੇ ਹੈ, ਪਰ ਉਹਨਾਂ ਨੇ ਉਹ ਮਤਲਬ ਕਿ ਉਹ ਦਰਦ ਜਿਹੜਾ ਹੈ ਇੰਪਲਾਈ ਦਾ ਦਰਦ ਕਿਉਂ ਨਹੀਂ ਮਹਿਸੂਸ ਕੀਤਾ? ਸਿਰਫ ਇਸ ਕਰਕੇ ਵੀ ਕਿਉਂਕਿ ਅੱਜ ਅਸੀਂ ਰਿਟਾਇਰ ਹੋ ਕੇ ਇੱਕ ਅਸੀਂ ਗੌਰਮੈਂਟ ਦੀ ਜਿਹੜੀ ਹੈ ਮਤਲਬ ਕਿ ਅਸੀਂ ਉਹਨਾਂ ਦੀ ਜਿਹੜੀ ਹੈ ਇੱਕ ਚਮਚਾਗਿਰੀ ਕਰ ਰਹੇ ਹਾਂ, ਇੱਕ ਅਸੀਂ ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਅੰਡਰ ਹੋ ਗਏ। ਇਹਨਾਂ ਚੀਜ਼ਾਂ ਦੇ ਬਾਰੇ ਅਸੀਂ ਵਿਚਾਰ ਕਰਾਂਗੇ ਔਰ ਉਹਨਾਂ ਨੂੰ ਅਸੀਂ ਸਾਰੇ NGO ਵਾਲੇ ਇਕੱਠੇ, ਕਿਉਂਕਿ NGO ਕੋਆਰਡੀਨੇਟਰ ਹੈ ਕਹਿਣ ਨੂੰ, ਪਰ ਕਿਉਂ ਹੋਇਆ ਇਸ ਤਰ੍ਹਾਂ? ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਸਾਰੀਆਂ ਹਾਈਲਾਈਟ ਹੋਣੀਆਂ ਚਾਹੀਦੀਆਂ। ਇਹ ਠੀਕ ਹੈ, ਜਿਸ ਤਰ੍ਹਾਂ ਆਪਣੇ ਇਹਨਾਂ ਨੇ ਕਿਹਾ ਹੈਗਾ ਕਿ ਬਦਲੀ ਕੈਂਸਲ ਕਰਾਉਣਾ ਬਹੁਤ ਵੱਡੀ ਗੱਲ ਨਹੀਂ। ਇਹ ਸਵਾਲ ਬਦਲੀ ਤੇ ਕੈਂਸਲ ਕਰਾਉਣ ਦਾ ਤਾਂ ਹੈ ਹੀ ਨਹੀਂ। ਇਹ ਸਵਾਲ ਹੈ ਜਿਹੜਾ ਇੰਪਲਾਈ ਦੇ ਉੱਪਰ ਜਿਹੜਾ ਉਹਨੂੰ ਇੱਕ ਅਨਟੱਚੇਬਲ ਸਮਝਿਆ ਜਾਂਦਾ ਵੀ ਪੋਲੀਟੀਕਲ ਐਕਟੀਵਿਟੀ ਤੋਂ ਅਨਟੱਚੇਬਲ ਹੀ ਹੈ ਇਹ ਚੀਜ਼ਾਂ ਨੂੰ ਮਤਲਬ ਜਿਹੜਾ ਹੈਗਾ ਇਹ ਯੂ ਟਰਨ ਦਿਵਾਉਣ ਦੀ ਜ਼ਰੂਰਤ ਹੈਗੀ ਆ। ਜੋ ਵੀ CSR ਦੇ ਵਿੱਚ, ਜੋ ਵੀ ਰੂਲ ਦੇ ਵਿੱਚ ਚੇਂਜਸ ਦੀ ਜ਼ਰੂਰਤ ਹੈਗੀ ਆ। ਦੇਖੋ ਪੋਲੀਟਿਕਸ ਦੇ ਵਿੱਚ ਜੁਆਇਨ ਕਰਨ ਤੋਂ ਬਿਨਾਂ ਸਾਡਾ ਗੁਜ਼ਾਰਾ ਹੀ ਹੈ ਨਹੀਂਗਾ। ਹਰ ਕੰਮ ਦੇ ਵਿੱਚ ਪੋਲੀਟਿਕਸ ਹੋ ਰਹੀ ਹੈਗੀ ਹੈ, ਲੇਕਿਨ ਅਗਰ ਇੰਪਲਾਈ ਨੂੰ ਇਹ ਸਮਝ ਲਿਆ ਜਾਂਦਾ ਹੈਗਾ ਕਿ ਕਿਉਂਕਿ ਇਹ CSR ਦੇ ਵਿੱਚ ਲਿਖ ਦਿੱਤਾ ਗਿਆ ਔਰ ਇਸ ਕਰਕੇ ਜਿਹੜਾ ਇਹ ਦਖਲ ਨਹੀਂ ਦੇ ਸਕਦਾ, ਇਹ ਬਹੁਤ ਹੀ ਜ਼ਿਆਦਾ ਮਾਰੂ ਹੈ। ਮੈਂ ਰਿਕੁਐਸਟ ਕਰੂੰਗਾ ਆਪਣੇ ਲੀਡਰ ਸਾਹਿਬਾਨ ਨੂੰ ਜਿੰਨੇ ਵੀ ਬੋਲ ਕੇ ਗਏ ਆ, ਇਹ ਜ਼ਰੂਰ ਇਸ ਚੀਜ਼ ਨੂੰ ਸਿਰਫ ਇੱਥੋਂ ਤੱਕ ਕੈਂਸਲ ਬਦਲੀ ਹੋਣ ਤੋਂ ਖਤਮ ਨਾ ਕੀਤਾ ਜਾਵੇ, ਇਹਨੂੰ ਕੋਰਟ 'ਤੇ ਲੈ ਕੇ ਜਾਇਆ ਜਾਵੇ ਔਰ ਇਹਨੂੰ ਜਿਹੜਾ ਲੌਜੀਕਲ ਐਂਡ 'ਤੇ ਕਿਸੇ 'ਤੇ ਜ਼ਰੂਰ ਲੈ ਕੇ ਜਾਇਆ ਜਾਵੇ। ਬਹੁਤ ਬਹੁਤ ਧੰਨਵਾਦ। ਬਹੁਤ ਹੀ ਸਤਿਕਾਰਯੋਗ ਸਾਥੀਓ, ਅੱਜ ਅਸੀਂ ਇੱਥੇ ਇੱਕ ਅਹਿਮ ਮਸਲੇ 'ਤੇ ਇਕੱਤਰਿਤ ਹੋਏ ਹਾਂ। ਸਾਡੇ ਇਲਾਕੇ ਦੀ ਸ਼ਖਸੀਅਤ ਮਹਿੰਦਰਪਾਲ ਲੂੰਬਾ ਜੀ, ਜਿਨ੍ਹਾਂ ਨੂੰ ਮੈਂ ਆਪਦੇ ਤੌਰ 'ਤੇ ਜੇ ਗੱਲ ਕਰਾਂ ਪਿਛਲੇ
15 ਸਾਲ ਤੋਂ ਅਸੀਂ बहुत नेड़ों विचरे हैं। इन्हां दीयां जिहड़ियां सरगर्मियां करदे आ आदि ड्यूटी तो इलावा समाजिक ਕੰਮਾਂ ਵਿੱਚ ਜਿਹੜਾ ਇਹਨਾਂ ਨੇ ਸਰਗਰਮੀ ਨਾਲ ਹਿੱਸਾ ਲਿਆ, बहुत ਊਰਜਾ ਮਿਲੀ ਇਹਨਾਂ ਤੋਂ, ਸਾਨੂੰ ਬੜੀ ਸੇਧ ਮਿਲੀ ਹੈ। ਇਹਨਾਂ ਵਰਗਾ ਠਰਮਾ, ਇਹਨਾਂ ਵਰਗੀ ਹਿੰਮਤ, ਮੈਂ ਉਹਨਾਂ ਦਾ ਬਹੁਤ ਇਹਨਾਂ ਦਾ ਇਸ ਗੱਲੋਂ ਹੈਗਾ ਕਾਇਲ ਹੈ ਇਹਨਾਂ ਦੀ ਕਾਬਲੀਅਤ ਤੋਂ। ਰਹੀ ਗੱਲ ਜਿਹੜੀ ਹੈ ਜਿਹਨਾਂ ਦੀ ਬਦਲੀ ਕੀਤੀ ਹੈ, ਕਿਉਂਕਿ ਮੈਂ ਵੀ ਇੱਕ ਡਿਪਾਰਟਮੈਂਟ ਵਿੱਚ 34 ਸਾਲ ਜੋਬ ਕਰਨ ਤੋਂ ਬਾਅਦ ਰਿਟਾਇਰਮੈਂਟ ਹੋਈ ਹੈ ਸਾਡੀ। ਸਾਨੂੰ ਬਹੁਤ ਨੇੜਿਓਂ ਪਤਾ ਵੀ ਮੁਲਾਜ਼ਮਾਂ ਨੂੰ ਕਿੰਨੀਆਂ ਵਧੀਕੀਆਂ ਦਾ ਸ਼ਿਕਾਰ ਹੋਣਾ ਪੈਂਦਾ ਜਿਹੜਾ ਪ੍ਰਸ਼ਾਸਨਿਕ ਲੈਵਲ 'ਤੇ, ਔਰ ਜਿਹੜੇ ਸਾਡੇ ਪੋਲੀਟੀਸ਼ੀਅਨ ਆ ਉਹਨਾਂ ਦੀ ਇੰਨੀ ਜ਼ਿਆਦਾ ਦਖਲਅੰਦਾਜ਼ੀ ਹੋ ਗਈ ਸਾਡੇ ਕੰਮਾਂ 'ਚ। ਉਹ ਸਾਨੂੰ ਗੈਰ ਜਿਹੜੇ ਜ਼ਰੂਰੀ ਕੰਮ ਅਤੇ ਜਿਹੜੇ ਗੈਰ ਕਾਨੂੰਨੀ ਕੰਮ ਹੈਗੇ ਜਿਹੜੇ ਹੋ ਨਹੀਂ ਸਕਦੇ ਹੁੰਦੇ, ਉਹ ਕਰਨ ਵਾਸਤੇ ਸਾਡੇ 'ਤੇ ਬੇਹੱਦ ਦਬਾਅ ਪਾਉਂਦੇ ਆ। ਜਿਹੜਾ ਮੁਲਾਜ਼ਮ ਕੋਈ ਇਹਨਾਂ ਦੀ ਈਨ ਨਹੀਂ ਮੰਨਦਾ, ਉਹਨੂੰ ਫਿਰ ਇਸ ਤਰ੍ਹਾਂ ਜ਼ਿਆਦਾ ਪਹਿਲਾਂ ਤਾਂ ਪਿਆਰ ਨਾਲ ਕੋਸ਼ਿਸ਼ ਕਰਦੇ ਆ, ਫਿਰ ਉਹਨੂੰ ਧਮਕੀਆਂ ਵੀ ਦਿੰਦੇ ਆ, ਉਹਨੂੰ ਲਾਲਚ ਵੀ ਦਿੰਦੇ ਆ। ਜੇ ਉਹ ਕਿਸੇ ਤਰ੍ਹਾਂ ਵੀ ਨਹੀਂ ਮੁਲਾਜ਼ਮ ਕੋਈ ਝੁਕਦਾ ਇਹਨਾਂ ਅੱਗੇ, ਤਾਂ ਫਿਰ ਉਹਨਾਂ ਕੋਲ ਦੂਸਰਾ ਹਥਿਆਰ ਹੈ, ਜਾਂ ਤਾਂ ਬਦਲੀ ਕਰੋ, ਬਦਲੀ ਵੀ ਕਰੋ ਦੂਰ, ਡਿਸਟ੍ਰਿਕਟ ਤੋਂ ਦੂਰ, ਤਾਂ ਕਿ ਪਰੇਸ਼ਾਨ ਹੋਵੇ, ਉਹਦੇ ਪਰਿਵਾਰ ਦੇ ਮੈਂਬਰ ਪਰੇਸ਼ਾਨ ਹੋਣ, ਉਹਦੇ ਸਾਥੀ ਉਹ ਪਰੇਸ਼ਾਨ ਹੋਣ, ਰਿਸ਼ਤੇਦਾਰ ਉਹਨਾਂ ਤੱਕ ਵੀ ਉਸ ਗੱਲ ਦਾ ਜਿਹੜਾ ਦੁੱਖ ਜਾਵੇ। ਇਸ ਕਰਕੇ ਫਿਰ ਉਸ ਤੋਂ ਅੱਗੇ ਵੀ ਜਿਵੇਂ ਆਹ ਸਸਪੈਂਡ ਕਰਵਾ ਦੇਣਾ, ਟਰਮੀਨੇਟ ਤੱਕ ਕਰਾਉਣ ਤੱਕ, ਜਿਵੇਂ ਆਹ ਗੱਲ ਗਈ ਆ ਲੰਬਾ ਜੀ ਨੇ ਸਾਨੂੰ ਸਾਰਾ ਦੱਸਿਆ, ਇਹਦੀ ਸਖਤ ਸ਼ਬਦਾਂ ਵਿੱਚ ਇੱਕ ਤਾਂ ਨਿਖੇਧੀ ਕਰਦੇ ਹਾਂ। ਮੈਂ ਆਪਦੀ ਜਿਹੜੀ ਰੈਵਨਿਊ ਸਾਡੀ ਰਿਟਾਇਰਡ ਜਥੇਬੰਦੀ ਸਾਡੀ ਐਸੋਸੀਏਸ਼ਨ ਹੈ, ਉਹਨਾਂ ਵੱਲੋਂ ਉਮੀਦ ਪ੍ਰਧਾਨ ਹੋਣ ਦੇ ਨਾਤੇ ਮੈਂ ਸਖਤ ਨਿਖੇਧੀ ਕਰਦਾ। ਨਾਲ ਤੁਹਾਡੇ ਨਾਲ ਇਹ ਵੀ ਸਾਂਝੀ ਕਰਦਾ ਵੀ ਸਾਡਾ ਸਿਸਟਮ, ਪਹਿਲੀ ਗੱਲ ਤਾਂ ਲੋਕਾਂ ਨੇ ਜਿਹੜਾ ਪਿਛਲੇ 10 ਸਾਲ ਕਾਂਗਰਸ ਦਾ ਰਾਜ ਅਤੇ 10 ਸਾਲ ਅਕਾਲੀਆਂ ਦਾ ਰਾਜ ਦੇਖਿਆ ਸੀ, ਐਡਾ ਦੁਰਪ੍ਰਬੰਧ ਇਹਨਾਂ ਦਾ ਜਿਹੜਾ, ਉਹਦੀ ਜਿਹੜੀ ਸਜ਼ਾ ਉਹ ਲੋਕਾਂ ਨੇ ਹੁਣ ਦੇਤੀ ਹੈ। ਕਿਤੇ ਇਨਸਾਫ ਨਹੀਂ ਸੀਗਾ ਕਿਸੇ ਖੇਤਰ ਵਿੱਚ ਵੀ। ਇਹ ਜਿਹੜੀ ਲੋਕਾਂ ਨੇ ਆਪਦੇ ਬੜੀ ਹਿੰਮਤ ਮਾਰੀ ਇਹ ਸਜ਼ਾ ਦਿੱਤੀ ਹੈ। ਇੱਥੇ ਕੀ ਹੈਗਾ ਤੁਹਾਨੂੰ ਮੈਂ ਦੱਸ ਦੇਣਾ ਵੀ ਕਿੰਨੇ ਮੁਲਾਜ਼ਮ ਹੈ ਇਹ ਸਸਪੈਂਡ ਕਰਨ ਦੇ ਆ, ਮੁੜ ਕੇ ਉਹਦਾ ਪਤਾ ਵੀ ਨਹੀਂ ਲੈਂਦੇ ਵੀ ਜਾ ਕੇ ਇਹਦਾ ਹੁਣ ਵੀ ਇਹਦਾ ਵੀ ਵੇਖੀਏ, ਇਨਕੁਆਇਰੀ ਕਰਾਈਏ ਵੀ ਇਹਦਾ ਕਿੰਨਾ ਕਸੂਰ ਹੈ। ਨਾ ਕੋਈ ਸਜ਼ਾ ਦੇਣੀ ਹੈ, ਨਾ ਕੋਈ ਸੁਣਵਾਈ ਹੈ। ਸਾਲ ਤੱਕ ਮੁਲਾਜ਼ਮ ਖੱਜਲ ਖੁਆਰ ਹੁੰਦੇ ਫਿਰਦੇ ਰਹਿੰਦੇ ਆ। ਉਹਦਾ ਕੀ ਹੁੰਦਾ ਨਾਲ ਰਿਜ਼ਲਟ? ਮੁਲਾਜ਼ਮ ਦਾ ਖੱਜਲ ਖੁਆਰ ਹੁੰਦਾ ਹੈ, ਨਾਲ ਪਬਲਿਕ ਖੱਜਲ ਖੁਆਰ ਹੁੰਦੀ ਹੈ। ਜਿਹੜੇ ਮੁਲਾਜ਼ਮਾਂ ਨੂੰ ਸਰਕਾਰ ਤਨਖਾਹ ਦਿੰਦੀ ਹੈ ਲੋਕਾਂ ਦੇ ਕੰਮ ਕਰਨ ਵਾਸਤੇ, ਜੇ ਉਹ ਸੀਟ ਖਾਲੀ ਹੋ ਜਾਊ ਦੱਸੋ ਪਬਲਿਕ ਦਾ ਕੰਮ ਕੌਣ ਕਰੂਗਾ? ਇੰਨਾ ਜਿਹੜਾ ਸਾਰਾ ਸਾਡਾ ਸਿਸਟਮ ਹੈ ਇਹ ਪੋਲੀਟੀਕਲ ਲੋਕਾਂ ਨੇ ਜਿਹੜਾ ਵਿਗਾੜਿਆ ਹੋਇਆ, ਅਤੇ ਜਿਹੜੀ ਉੱਚ ਅਫਸਰਸ਼ਾਹੀ ਹੈ ਉਹ ਇਹਨਾਂ ਦਾ ਸਾਥ ਦਿੰਦੀ ਹੈ। ਇਹ ਹੁਣ ਜਿਹੜਾ ਆਹ ਸਰਕਾਰ ਬਣ ਗਈ, ਸਾਨੂੰ ਬਹੁਤ ਵੱਡੀਆਂ ਉਮੀਦਾਂ ਹੈ। ਆਪਾਂ ਨੂੰ ਸਰਕਾਰ ਦਾ ਸਾਥ ਦੇਣ ਦੀ ਲੋੜ ਹੈ, ਔਰ ਸਰਕਾਰ ਦੇ ਧਿਆਨ 'ਚ ਇਹ ਗੱਲਾਂ ਲਿਆਉਣ ਦੀ ਲੋੜ ਆ। ਸਾਡੀ ਅਸੀਂ ਜਿਹੜਾ ਲੋਕ ਅਸੀਂ, ਸਾਡੀ ਪਬਲਿਕ ਹੈ, ਕਿਹੜੀਆਂ ਕਿਹੜੀਆਂ ਗੱਲਾਂ 'ਤੇ, ਛੋਟੀਆਂ ਛੋਟੀਆਂ ਗੱਲਾਂ 'ਤੇ ਕਿੰਨਾ ਅਸੀਂ ਖੱਜਲ ਖੁਆਰ ਹੁੰਦੇ ਹਾਂ। ਅਤੇ ਜੇ ਅਸੀਂ ਸਰਕਾਰ ਨਾਲ ਰਲ ਕੇ ਚੱਲਾਂਗੇ ਔਰ ਸਰਕਾਰ ਵੀ ਸਾਡੀ ਗੱਲ ਸੁਣੂਗੀ, ਤਾਂ ਕੋਈ ਵਜ੍ਹਾ ਨਹੀਂ ਇੱਥੇ ਬਹੁਤ ਵਧੀਆ ਜਿਹੜਾ ਸਹੀ ਮਾਨਾ ਜਿਹੜਾ ਲੋਕਤੰਤਰ ਆਪਾਂ ਕਹਿੰਦੇ ਉਹ ਇੱਥੇ ਬਹਾਲ ਹੋ ਸਕਦਾ ਹੈ। ਬਿਲਕੁਲ ਲੋਕਤੰਤਰ ਦਾ ਇੱਥੇ ਘਾਣ ਹੋ ਚੁੱਕਾ ਹੈ। ਕੋਈ ਇੱਥੇ ਸੁਣਵਾਈ ਨਹੀਂ, ਬੇਇਨਸਾਫੀ ਪੈਰ ਪੈਰ 'ਤੇ ਹੈ, ਕਿਸੇ ਤਰ੍ਹਾਂ ਦਾ ਕੋਈ ਡਿਸਿਪਲਨ ਨਹੀਂ। ਸੋ ਜਿਹੜਾ ਡਿਸਿਪਲਨ ਹੈ ਇਹ ਲੋਕ ਜਦੋਂ ਉੱਠ ਖੜ੍ਹਦੇ ਆ, ਲੋਕ ਲਹਿਰਾਂ ਉੱਠ ਖੜ੍ਹਦੀਆਂ, ਉਹ ਤਾਂ ਫਿਰ ਕੋਈ ਵਜ੍ਹਾ ਨਹੀਂ। ਇਹਦਾ ਇੱਕ ਜਥੇਬੰਦਕ ਸ਼ਕਤੀ ਹੈ ਜਿਹੜੀ ਸਾਡੇ ਕੋਲ ਲੋਕਾਂ ਕੋਲ ਹੁੰਦੀ ਹੈ, ਜਿਹੜੀ ਅਸੀਂ ਆਹ 2 ਦਿਨ ਪਹਿਲਾਂ ਜਿਹੜੇ ਰਿਜ਼ਲਟ ਹੈਗੇ ਆਏ ਆ ਉਹ ਦਿਖਾਤੀ ਹੈ, ਵੱਡਿਆਂ ਨੂੰ ਲੋਕਾਂ ਨੇ ਧੂੜ ਚਟਾਤੀ ਹੈ। ਸੋ ਇਸੇ ਤਰ੍ਹਾਂ ਮੈਂ ਆਸ ਕਰਦਾ ਵੀ ਆਪਾਂ ਜਥੇਬੰਦਕ ਤਾਕਤ ਜਿਹੜੀ ਹੈ ਉਹ ਹੋਰ, ਜਿਵੇਂ ਅੱਜ ਮੀਟਿੰਗ ਹੋਈ, ਭਰਵੀਂ ਮੀਟਿੰਗ ਹੋਈ ਹੈ, ਵਿਚਾਰ ਵਟਾਂਦਰੇ ਹੋਏ ਆ, ਸਾਡੇ ਸਾਂਝੀਆਂ ਹੋਈਆਂ ਗੱਲਾਂ ਸਾਡੀਆਂ, ਐਂ ਵਿਚਾਰ ਵਟਾਂਦਰਾ ਸਾਂਝੇ ਕਰਨ ਦੀ ਲੋੜ ਆ। ਮਹੱਲੇ ਵਾਈਜ਼ ਜਾਂ ਮੈਕਸੀਮਮ ਜਿੱਥੇ ਜਿੱਥੇ ਵੀ ਅਸੀਂ ਇਕੱਠੇ ਹੋ ਸਕਦੇ ਹਾਂ ਉੱਥੇ ਅਸੀਂ ਪੋਜ਼ੀਟਿਵ ਸੋਚ ਲਿਜਾ ਕੇ, ਸੋਚ ਰੱਖ ਕੇ ਸਰਕਾਰ ਦਾ ਸਾਥ ਦਈਏ, ਉਹਨਾਂ ਦੇ ਧਿਆਨ 'ਚ ਮਸਲੇ ਵੱਧ ਤੋਂ ਵੱਧ ਲਈਏ। ਜਿੱਥੇ ਜਿਹੜੇ ਹੁਣ ਜਿਵੇਂ ਲੰਬਾ ਜੀ ਦੀ ਅਸੀਂ ਅਗਵਾਈ ਵਿੱਚ ਝੰਡੇ ਚੱਕਣੇ ਸਿੱਖ ਲਏ ਆ, ਸਾਡੇ ਹੋਰ ਸਾਥੀ ਅੱਜ ਜਿਹੜੇ ਬੈਠੇ ਆ, ਸਰ ਮੈਂ ਸਮਝਦਾ ਬਹੁਤ ਵੱਡੀ ਦੇਣ ਹੈ ਸਾਨੂੰ ਇਕੱਠੇ ਕਰਨ। ਖਾਸ ਤੌਰ 'ਤੇ 2007 ਤੋਂ ਲੈ ਕੇ ਅਸੀਂ ਬਿਲਕੁਲ ਆ ਜੋ ਹੋ ਗਏ 14-15 ਸਾਲ ਹੋ ਗਏ ਅਸੀਂ ਟੈਕੇ ਨਹੀਂ ਬੈਠੇ। ਹਰ ਸਰਗਰਮੀ 'ਚ ਅਸੀਂ ਪੂਰਾ ਹਿੱਸਾ ਲੈਂਦੇ ਹਾਂ। ਖਾਸ ਤੌਰ 'ਤੇ ਲੰਬਾ ਜੀ ਦੀ ਇੱਕ ਸੱਦੇ 'ਤੇ ਆਈਦਾ, ਭੱਜ ਕੇ ਆਈਦਾ। ਔਰ ਇਹੀ ਕਾਰਨ ਜਿਹੜਾ ਲੰਬਾ ਜੀ ਇਹਨਾਂ ਢਾਂਚੇ ਦੇ ਜਿਹੜੇ ਸ਼ਿਕਾਰ ਹੋਏ ਆ, ਜਿਹੜੀ ਇਹਨਾਂ ਨਾਲ ਜ਼ਿਆਦਤੀ ਹੋਈ ਹੈ, ਉਹ ਮੈਂ ਸਮਝਦਾ ਸਾਡੇ ਸਾਰੇ ਸਮਾਜ ਨਾਲ ਜ਼ਿਆਦਤੀ ਹੈ। ਇਹ ਜਿਹੇ ਕਾਬਲ ਬੰਦੇ ਜਿਹੜੇ ਵੱਧ ਤੋਂ ਵੱਧ ਮੈਕਸੀਮਮ ਇਹਨਾਂ ਦੀ ਸੇਵਾ ਲੈਣ ਦੀ ਲੋੜ ਹੁੰਦੀ ਸਮਾਜ ਵਿੱਚ, ਅਤੇ ਜੇ ਇਹਨਾਂ ਨੂੰ ਅਸੀਂ ਘਰ ਤੋਂ ਪੱਟ ਕੇ ਦੂਰ ਭੇਜਾਂਗੇ ਤਾਂ ਬਹੁਤ ਹੀ ਬੁਰੀ ਗੱਲ ਹੈ। ਉਹ ਸੋਚ ਐਡੀ, ਉਸ ਸੋਚ ਦੀ ਨਿਖੇਧੀ ਕਰਨੀ ਬਣਦੀ ਹੈ। ਜਿਹੜੇ ਐਡੀ ਬੌੜੀ ਸੋਚ ਦਾ ਰੱਖ ਕੇ ਚੱਲਦੇ ਸਾਡੇ ਪੋਲੀਟੀਕਲ ਜਿਹੜੇ ਬੰਦੇ ਹੈਗੇ ਆ, ਕਿੰਨਾ ਖੌਫ ਖਾਂਦੇ ਆ। ਜਿਹੜੇ ਸਮਾਜ ਸੇਵਕ ਬੰਦੇ ਜਿਹੜੇ ਆਪਣੀ ਨਿਸ਼ਕਾਮ ਸੇਵਕ ਆ, ਜਿਹੜੇ ਨਿਰਪੱਖ ਰਹਿ ਕੇ ਚੱਲਦੇ ਆ, ਅਣਥੱਕ ਵਰਕਰ ਆ, ਜਿਹੜੇ ਸਮਾਜ ਨੂੰ ਸੇਧ ਦਿੰਦੇ ਆ। ਸਭ ਤੋਂ ਵੱਧ ਇਹ ਲੋਕ ਪੋਲੀਟੀਸ਼ੀਅਨ ਉਹਨਾਂ ਲੋਕਾਂ ਨੂੰ ਡਰਦੇ ਵੀ ਜਿਹੜੇ ਲੋਕਾਂ ਨੂੰ ਜਥੇਬੰਦ ਕਰਦੇ ਆ। ਸੋ ਆਪਾਂ ਜਿਹੜਾ
ਇਸ ਗੱਲ ਤੇ ਪਹਿਰਾ ਦਿੰਦੇ ਹੋਏ ਆਪਦੀ ਜਥੇਬੰਦਕ ਸ਼ਕਤੀ ਟੇਕ ਰੱਖਦੇ ਹੋਏ ਆਪਾਂ ਜਿਹੜੀ ਹਾਂ ਪੱਖੀ ਸੋਚ ਨੂੰ ਆਪਾਂ ਅਪਣਾ ਕੇ ਚੱਲ ਗਏ ਤੇ ਆਉਣ ਵਾਲੇ ਸਮੇਂ ਜਿਹੜੀ ਸਰਕਾਰ ਬਣੀ ਹੈ, ਇਹ ਜਿਹੜਾ ਇਨਕਲਾਬ ਆਇਆ ਇਹਨੂੰ ਹੋਰ ਆਪਾਂ ਪੱਕੇ ਪੈਰ ਮੌਜੂਦ ਕਰੀਏ। ਇੰਨੀਆਂ ਗੱਲਾਂ ਕਹਿੰਦਾ ਹੋਇਆ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਸਾਡੇ ਉੱਘੇ ਸਮਾਜ ਸੇਵੀ ਚਰਨਜੀਤ ਸਿੰਘ ਜੀ ਸ਼ਰਮਾ ਉਹਨਾਂ ਵੱਲੋਂ ਇੱਥੇ ਬੋਲ ਰਿਹਾ, ਉਹਨਾਂ ਵੱਲੋਂ ਦਿੱਤੀ ਡਿਊਟੀ ਹੈ ਜਿਹੜੀ ਉਹ ਨਿਭਾ ਰਿਹਾ। ਉਹ ਖੁਦ ਵੀ ਪਹੁੰਚੇ ਨੇ। ਜਿੱਥੋਂ ਤੱਕ ਮਹਿੰਦਰਪਾਲ ਜੀ ਦੀ ਗੱਲ ਆ, ਮੈਂ ਪਿਛਲੇ ਕਾਫੀ ਸਮੇਂ ਤੋਂ ਇਹਨਾਂ ਨੂੰ ਜਾਣਦਾ। ਇਹਨਾਂ ਦਾ ਜਿਹੜਾ ਸੇਵਾ ਕਰਨ ਦਾ ਤਰੀਕਾ ਵਾ ਜਾਂ ਜਿਸ ਤਰ੍ਹਾਂ ਇਹ ਸੇਵਾ ਕਰਦੇ ਨੇ ਸਮਾਜ ਦੀ, ਮੈਂ ਅੱਜ ਤੱਕ ਕਿਸੇ 'ਚ ਨਹੀਂ ਦੇਖਿਆ। ਕਿਸੇ ਨਾਲ ਕੋਈ ਇਹਨਾਂ ਦਾ ਉਹ ਜੋ ਇਹਨਾਂ ਨਾਲ ਅੱਜ ਹੋਇਆ ਉਸ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ। ਜਿੱਥੇ ਵੀ ਲੋੜ ਪਈ ਤਾਂ ਇਹਨਾਂ ਦੀ ਨਾਲ ਧਰਨੇ 'ਤੇ ਬਹਿਣ, ਧਰਨਾ ਵੀ ਲਾਉਣਾ ਪਿਆ ਕੋਈ, ਉਹ 'ਚ ਵੀ ਨਾਲ ਬੈਠੇ ਆ, ਨਾਲ ਖੜਾਂਗੇ। ਕੋਈ ਗੱਲ ਨਹੀਂ, ਜਿਨ੍ਹਾਂ ਨੇ ਦੇਸ਼ ਕੌਮ ਤੋਂ ਸੇਵਾ ਕਰਨੀ ਉਹਨਾਂ ਨੂੰ ਬਹੁਤ ਮੁਸੀਬਤਾਂ ਝੱਲਣੀਆਂ ਪੈਂਦੀਆਂ ਨੇ। ਇਸ ਲਈ ਇਹਨਾਂ ਦੇ ਵੀ ਉਹ ਆਉਂਦੀਆਂ ਨੇ। ਹਰ ਇੱਕ ਬੰਦਾ ਜੋ ਸਮਾਜ ਦੀ ਸੇਵਾ ਕਰਦਾ ਉਹਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ। ਪਰ ਜਿਹੜੇ ਮਹਿੰਦਰਪਾਲ ਜੀ ਜਿਹੜੀ ਸੇਵਾ ਕਰ ਰਹੇ ਨੇ, ਉਹ ਕੋਈ ਵੀ ਇਹਨਾਂ ਰੁਕਾਵਟ ਪਾਉਣੀ ਚਾਹੂਗਾ ਉਹਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਊਗਾ। ਵੀ ਮਹਿੰਦਰਪਾਲ ਲੂੰਬਾ ਜੀ ਕੀ ਚੀਜ਼ ਹੈ, ਕਿਉਂਕਿ ਇਹਦੇ 'ਚ ਕੋਈ ਦੋ ਰਿਆ ਨਹੀਂ, ਕੋਈ ਲੁਕਿਆ ਨਹੀਂ ਸਾਡੇ ਤੋਂ ਇਹ। ਕਿਉਂਕਿ ਤਕਰੀਬਨ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ, ਅਸੀਂ ਅੱਗੇ ਗੱਲਾਂ ਕਰਦੇ ਹਾਂ ਵੀ ਜਦੋਂ ਕੋਈ ਨਾ ਕੋਈ ਸੰਘਰਸ਼ ਚੱਲਦਾ ਅਤੇ ਉਹਦੇ 'ਤੇ ਦੁਰਘਟਨਾ ਤਾਂ ਹੁੰਦੀ ਹੈ। ਕਿਉਂਕਿ ਤਕਰੀਬਨ ਅਸੀਂ ਇੱਕ ਦੂਜੇ ਨਾਲ ਗੱਲ ਸ਼ੇਅਰ ਕਰ ਲੈਂਦੇ ਹਾਂ। ਕਿਉਂਕਿ ਮੈਨੂੰ ਤਾਂ ਇਹਨੂੰ ਟਾਰਗੇਟ ਬਣਾਇਆ ਗਿਆ ਸੀਗਾ, ਕਿਉਂਕਿ ਮੈਂ ਪ੍ਰਾਈਵੇਟ ਹੈ, ਮੇਰੇ 'ਤੇ ਕੋਈ ਜ਼ੋਰ ਨਹੀਂ ਚੱਲਿਆ, ਇਹਦੇ 'ਤੇ ਚੱਲਿਆ। ਇਹਨੂੰ ਸਸਪੈਂਡ ਕਰਾਤਾ, ਬਦਲੀ ਕਰਾਤੀ। ਪਰ ਲੇਕਿਨ ਜੇ ਇਹਦੀ ਬਦਲੀ ਹੋਈ ਹੈ ਤਾਂ ਇਹ ਸਮਾਜ ਸੇਵੀ ਜਥੇਬੰਦੀਆਂ ਬਰਦਾਸ਼ਤ ਨਹੀਂ ਕਰਾਂਗੇ ਇਸ ਗੱਲ ਨੂੰ। ਕਿਉਂਕਿ ਚਾਹੇ ਇਹਨੇ ਆਪਦੀ ਜਥੇਬੰਦੀ ਦੇ ਜ਼ਰੀਏ ਆਉਣਾ ਅਤੇ ਚਾਹੇ ਇਹਨੇ ਸਾਡੇ ਉਹਦੇ ਕਹਿਣ ਨੂੰ ਸਮਾਜਿਕ ਸੇਵਕ ਜਥੇਬੰਦੀਆਂ ਦੇ ਜ਼ਰੀਏ ਆਉਣਾ। ਅਸੀਂ ਲੇਕਿਨ ਇਹਦੇ ਨਾਲ ਖੜ੍ਹੇ ਹਾਂ ਔਰ ਖੜ੍ਹੇ ਰਵਾਂਗੇ ਜਿੰਨੀ ਦੇਰ ਤੱਕ ਸਾਡਾ ਇਹਦੇ ਨਾਲ ਸਾਹ ਨਾਲ ਸਾਹ ਚੱਲਦਾ। ਸਾਡਾ ਇਹ ਛੋਟਾ ਭਰਾ, ਅਸੀਂ ਇਹਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਚਾਹੇ ਡਾਂਗ ਚੱਕਣੀ ਪਈ ਉਹ ਵੀ ਚੱਕਾਂਗੇ, ਧਰਨਾ ਲਾਉਣਾ ਪਿਆ ਉਹ ਵੀ ਲਾਵਾਂਗੇ। ਅੱਗੇ ਇਹਦੀ ਬਦਲੀ ਹੋਈ ਸੀ, ਤਕਰੀਬਨ ਜੈਨੀ ਸਾਹਿਬ ਨੇ ਨਤੀਜਾ ਉਹ ਭੁਗਤਿਆ ਸੀ, ਕਿਉਂਕਿ ਜਦੋਂ ਸਸਪੈਂਡ ਕੀਤਾ ਸੀ, ਕਿਉਂਕਿ ਜਥੇਬੰਦੀਆਂ ਨੇ ਉਹ ਧਰਨਾ ਦਿੱਤਾ ਸੀ, ਸਾਰਿਆਂ ਨੂੰ ਪਤਾ ਹੈ ਕਿ ਉਹ ਕੀ ਹੋਇਆ ਸੀ। ਲੇਕਿਨ ਅਸੀਂ ਇਹੋ ਜਿਹੀ ਹਰਕਤ ਬਰਦਾਸ਼ਤ ਨਹੀਂ ਕਰਾਂਗੇ। ਜਿਸ ਤਰ੍ਹਾਂ ਕਿ ਸਾਡੀ NGO ਗਰਦਾਰੀ ਕਰ ਰਹੀਆਂ ਸਾਡੇ ਨਾਲ, ਇਹ ਵੀ ਸਾਡੇ ਤੋਂ ਬਰਦਾਸ਼ਤ ਨਹੀਂ ਹੋਣਾ। ਕਿਉਂਕਿ ਨੰਗੀਆਂ ਚਿੱਟੀਆਂ ਹੋ ਰਹੀਆਂ, ਸਾਡਾ ਸਹਾਰਾ ਲੈ ਕੇ ਸਮਾਜ ਸੇਵੀ ਜਥੇਬੰਦੀਆਂ ਦਾ NGO ਇਹ ਹਰਕਤਾਂ ਕਰ ਰਹੀਆਂ। ਲੇਕਿਨ ਇਹਨੂੰ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਸੀ ਵੀ ਆਪਦਾ ਸਪਸ਼ਟੀਕਰਨ ਤਾਂ ਰੱਖ। ਜੇ ਅਸੀਂ ਉੱਥੇ ਮੈਂਬਰ ਬਣੇ ਆ ਤਾਂ ਸਾਡਾ ਹੱਕ ਬਣਦਾ ਸੀ ਵੀ ਅਸੀਂ ਇਹਨੂੰ ਕਹਿੰਦੇ ਵੀ ਆਪਦਾ ਤੂੰ ਪੱਖ ਰੱਖ ਆ ਕੇ, ਫਿਰ ਅਸੀਂ ਉਸ ਕਮੇਟੀ ਦੇ ਮੈਂਬਰ ਹਾਂ। ਪਰ ਲੇਕਿਨ ਇਹ ਨਹੀਂ ਵੀ ਜੇ ਅਸੀਂ ਉਸ ਕਮੇਟੀਆਂ ਦੇ ਸਪੋਜ਼ ਕਰੋ ਮੈਂ ਆ ਜਾਨੀਆ ਜੀ ਹੈ, ਇਹਨਾਂ ਨੂੰ ਮੈਂਬਰ ਬਣਾ ਦਿੰਦੇ ਹਾਂ ਅਤੇ ਅਸੀਂ ਇਸ ਗੱਲ ਬਾਰੇ ਸੋਚਦੇ ਹੀ ਨਹੀਂ। ਜਿਵੇਂ ਮੈਡਮ ਜਸ਼ਨ ਨੇ ਉਹਦੀ ਵਿਰੋਧਤਾ ਕੀਤੀ ਹੈ, ਉਹਨਾਂ ਦੋਨਾਂ ਬੰਦਿਆਂ ਦਾ ਵੀ ਹੱਕ ਬਣਦਾ ਸੀ ਵੀ ਅਸੀਂ ਵਿਰੋਧਤਾ ਕਰੀਏ ਇਸ ਗੱਲ ਦੀ, ਵੀ ਇਹਦੀ ਵਿਰੋਧਤਾ ਹੱਕ ਬਣਦਾ। ਕਿਉਂਕਿ ਉਹਨੂੰ ਮੌਕਾ ਦੇਣਾ ਚਾਹੀਦਾ ਸੀ, ਇੱਕ ਆਪਦਾ ਪੱਖ ਰੱਖਦਾ। ਇਹ ਨਹੀਂ ਵੀ ਤਾਂ ਤੱਕ ਉਹਦੇ ਕਹਿਣ ਕੋਈ ਫੋਨ ਕਰਾ ਦੇ ਵੀ ਇਹਦੀ ਬਦਲੀ ਕਰ ਦਿੱਤੀ ਜਾਵੇ। ਇਸ ਗੱਲਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਸਮਾਜ ਸੇਵਕ ਜਥੇਬੰਦੀਆਂ ਤੋਂ। ਔਰ ਨਾ ਅਸੀਂ ਕਰਾਂਗੇ ਸਰਕਾਰ ਕੋਈ ਵੀ ਹੋਵੇ, ਚਾਹੇ ਅਕਾਲੀ ਦਲ ਦੀ, ਚਾਹੇ ਕਾਂਗਰਸ ਦੀ, ਚਾਹੇ ਆਪ ਹੋਵੇ। ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ, ਕਿਉਂਕਿ ਜਿਹੜੀਆਂ ਅਸੀਂ ਜਥੇਬੰਦੀਆਂ ਲੇਕਿਨ ਇਹ ਨਿਰਪੱਖ ਹੈ। ਕਿਉਂਕਿ ਸਾਡੇ 'ਤੇ ਲੋਕ ਵਿਸ਼ਵਾਸ ਕਰਦੇ ਆ ਵੀ ਇਹ ਸਮਾਜਿਕ ਜਥੇਬੰਦੀਆਂ। ਪਰ ਜੇ ਇਹ ਸਮਾਜਿਕ ਜਥੇਬੰਦੀਆਂ ਹੀ ਸਰਕਾਰ ਦੇ ਥੱਲੇ ਲੱਗ ਕੇ ਚੱਲੀਆਂ ਤਾਂ ਫਿਰ ਮੇਰਾ ਖਿਆਲ ਇਹ ਜਥੇਬੰਦੀਆਂ ਘਾਉਣ ਦੇ ਲਾਇਕ ਨਹੀਂ। ਇਹਨਾਂ ਸ਼ਬਦਾਂ ਦੇ ਨਾਲ ਕਹਿੰਦਾ ਹੋਇਆ ਜਿੰਨੀਆਂ ਸਾਡੀਆਂ ਜਥੇਬੰਦੀਆਂ ਆਈਆਂ ਉਹਨਾਂ ਦਾ ਆਪਦੀ ਜਥੇਬੰਦੀ ਵੱਲੋਂ ਵੀ ਧੰਨਵਾਦ ਕਰਦਾ ਔਰ ਲੂੰਬਾ ਜੀ ਵੱਲੋਂ ਵੀ ਧੰਨਵਾਦ ਕਰਦਾ ਵੀ ਜਿਹੜੇ ਤੁਸੀਂ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਥੀ ਮਹਿੰਦਰਪਾਲ ਲੂੰਬਾ ਜੀ ਦੇ ਜੋ ਕਿ ਸਰਕਾਰ ਵੱਲੋਂ ਬਦਲੀ ਕੀਤੀ ਹੈ, ਉਹਦੇ ਸੰਬੰਧ ਵਿੱਚ ਇਕੱਤਰ ਹੋਏ ਸਮਾਜ ਸੇਵੀ, ਮੁਲਾਜ਼ਮ ਆਗੂ। ਜਿਸ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਰੌਲਾ ਬਦਲੀ ਰੱਦ ਕਰਾਉਣ ਦਾ ਨਹੀਂ ਗਾ। ਰੌਲਾ ਇਹ ਹੈ ਵੀ ਜੇ ਕੋਈ ਬੋਲਦਾ, ਜੇ ਕੋਈ ਗੱਲ ਕਰਦਾ ਵੀ ਉਹਨੂੰ ਦਬਾਇਆ ਕਿਵੇਂ ਜਾਂਦਾ, ਆਪਾਂ ਉਹਦੇ ਉਲਟ ਕਿਵੇਂ ਖੜਨਾ। ਰੌਲਾ ਇਹ ਹੈ, ਜਿਵੇਂ ਨਹੀਂ ਕਹਿੰਦੇ ਹੁੰਦੇ ਵੀ ਸਹੇ ਦੀ ਨਹੀਂ ਪਹੇ ਦੀ ਹੈ। ਬਦਲੀ ਰੱਦ ਹੋ ਜਾਣੀ ਹੈ, ਕਿਉਂਕਿ ਸਸਪੈਂਡ ਵੀ ਕੀਤਾ ਸੀ ਜੈਣੀ ਨੇ, ਉਹ ਵੀ ਬਹਾਲ ਹੋ ਗਿਆ ਸੀਗਾ। ਜਦੋਂ ਤੁਸੀਂ ਨਾਲ ਹੋਵੋ ਨਾ ਸਾਰੇ, ਫਿਰ ਇਹ ਨਿੱਕੀਆਂ ਮੋਟੀਆਂ ਚੀਜ਼ਾਂ ਬਣ ਜਾਂਦੀਆਂ। ਫਿਰ ਮਹਿੰਦਰਪਾਲ ਦਾ ਮਸਲਾ ਨਹੀਂ ਰਹਿ ਜਾਂਦਾ, ਫਿਰ ਸਾਡਾ ਮਸਲਾ ਰਹਿ ਜਾਂਦਾ। ਸਾਡਾ ਵੀਰ ਹੈ ਜਿਹੜਾ ਇਹ ਸਮਾਜ ਸੇਵੀ ਹੈ ਔਰ ਮੈਂ ਇਹ ਵੇਖਿਆ ਵੀ ਕਈ ਵਾਰੀ ਘਰ ਵਾਸਤੇ ਟਾਈਮ ਨਹੀਂ ਕੱਢਦਾ, ਬੱਚਿਆਂ ਵਾਸਤੇ ਟਾਈਮ ਨਹੀਂ ਕੱਢਦਾ, ਲੋਕਾਂ ਵਾਸਤੇ ਟਾਈਮ ਕੱਢਦਾ।
ਤੇ ਲੋਕ ਵੀ ਫਿਰ ਇਹੋ ਜਿਹੇ ਬੰਦੇ ਨਾਲ ਆਪਦੇ ਵਾਸਤੇ ਟਾਈਮ ਨਹੀਂ ਕੱਢਦੇ, ਮਹਿੰਦਰਪਾਲ ਵਾਸਤੇ ਕੱਢ ਲੈਂਦੇ। ਮੈਨੂੰ ਚੇਤੇ ਆ ਵੀ ਜਦੋਂ ਇੱਥੇ ਇਕੱਠ ਹੁੰਦੇ ਸੀਗੇ, ਜਦੋਂ ਇਹ ਸਸਪੈਂਡ ਹੋਇਆ ਹੋਇਆ ਸੀਗਾ, ਉਦੋਂ ਹੋ ਸਕਦਾ ਕੋਈ ਪਿੱਛੇ ਰਹਿ ਜਾਂਦਾ ਹੋਵੇ, ਪਰ ਲੋਕ ਇੱਥੇ ਆਪਣੇ ਪਾਰਕ ਦੇ ਵਿੱਚ ਜੇ ਅਸੀਂ ਕਹਿਣਾ ਵੀ ਚੱਲ 50-60 ਬੰਦੇ ਦਾ ਇਕੱਠ ਕਰ ਲਈਏ ਤਾਂ ਸੈਂਕੜੇ ਹੋ ਜਾਂਦੇ ਸੀਗੇ। ਜਦੋਂ ਅਸੀਂ ਚੰਡੀਗੜ੍ਹ ਗਏ ਜੈਣੀ ਦੇ ਘਰ, ਉਹਨੇ ਵੀ ਸਪੈਸ਼ਲ ਤੇ ਉੱਥੋਂ ਦੇ ਜਿਹੜੇ ਸੁਪਰਡੈਂਟ ਉਹਦੇ ਵਿੱਚ ਬੈਠੇ ਸੀਗੇ, ਉਹਦੇ ਮਿਨਿਸਟਰ ਦੇ ਕੋਲੇ, ਉਹ ਵੀ ਪੁੱਛਦੇ ਸੀ ਮਹਿੰਦਰਪਾਲ ਤਾਂ ਦਿਖਾ ਦਿਓ ਯਾਰ ਕਿਹੜਾ। ਅਸੀਂ ਉਹਨੂੰ ਦੱਸਿਆ ਵੀ ਆ ਨਿੱਕਾ ਜਿਹਾ ਲੱਗਦਾ ਤੁਹਾਨੂੰ, ਪਰ ਇਹ ਜਿੰਨਾ ਕੁ ਤਾਂ ਉਨਾ ਕੁ ਠਾਂ ਵੀ ਹੈ, ਇਹ ਬਹੁਤ ਵੱਡਾ ਬੰਦਾ ਹੈ। ਮਤਲਬ ਉਹ ਲੋਕ ਵੀ ਪੁੱਛਦੇ ਸੀ ਵੀ ਮਹਿੰਦਰਪਾਲ ਕੌਣ ਹੈ। ਹੁਣ ਜਿੱਥੇ ਵੀ ਜਾਂਦਾ ਫਰੀਦਕੋਟ ਦੀ ਬਦਲੀ ਕਰਤੀ, ਉੱਥੋਂ ਦੇ ਲੋਕ ਵੀ ਅਸੀਂ ਮਹਿੰਦਰਪਾਲ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ, ਅਤੇ ਹੁਣ ਪਟਿਆਲੇ ਵੀ ਦਰਸ਼ਨ ਦੇ ਕੇ ਆਇਆ ਆਪਦੇ ਮਹਿਕਮੇ ਵਾਲਿਆਂ ਨੂੰ। ਮਤਲਬ ਇਹਦੀ ਬਦਲੀ ਦਾ ਨਹੀਂ ਕੋਈ ਚੱਕਰ, ਚੱਕਰ ਤਾਂ ਇਹੀ ਹੈ ਵੀ ਤੁਸੀਂ ਜੇ ਕੁਛ ਬੋਲਦੇ ਆ ਤੁਹਾਨੂੰ ਬੋਲਣ ਨਹੀਂ ਦੇਣਾ, ਇਹ ਚੀਜ਼ ਰੋਕਣ ਤੋਂ ਆਪਾਂ ਰੋਕਣਾ ਹੈ, ਬਸ ਇੰਨਾ ਕੀ ਰੌਲਾ ਹੈ। ਸੋ ਆਪਾਂ ਸਾਰਿਆਂ ਨੇ ਜਿਹੜਾ ਤਹੀਆ ਕੀਤਾ, ਕਿਉਂਕਿ ਸਾਡਾ ਤਾਂ ਇਹ ਹਿੱਸਾ, ਇੱਕ ਸਾਡਾ NGO ਦਾ ਇਹ ਲੀਡਰ ਹੈ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਇਸ ਵੇਲੇ ਜ਼ਿਲ੍ਹੇ ਦਾ ਪ੍ਰਧਾਨ ਹੈ, ਕਿਉਂਕਿ ਸਾਡਾ ਇੱਕ ਅੰਗ ਹੈ ਇਹ, ਅਸੀਂ ਇਹਨੂੰ ਆਪਦੇ ਤੋਂ ਵੱਖ ਨਹੀਂ ਸਮਝਦੇ ਗੇ। ਸੋ ਜਿੰਨੇ ਵੀ ਸਾਥੀ ਇੱਥੇ ਪਹੁੰਚੇ ਹੈ, ਮੁਲਾਜ਼ਮ ਸਾਥੀ ਵੀ, ਸਮਾਜ ਸੇਵੀ ਸਾਥੀ ਵੀ, ਜਿੰਨੇ ਵੀ ਇੱਥੇ ਪਹੁੰਚੇ ਹੈ, ਉਹਨਾਂ ਸਾਰਿਆਂ ਦਾ ਅਸੀਂ ਆਪਣੀਆਂ ਸੰਸਥਾਵਾਂ ਵੱਲੋਂ ਇਹ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਕ ਨਿੱਕੇ ਜਿਹੇ ਸੱਦੇ 'ਤੇ ਸਾਡੀ ਇਸ ਮੀਟਿੰਗ ਦੇ ਵਿੱਚ ਆਏ, ਅਤੇ ਨਾਲ ਹੀ ਜਿਹੜਾ ਤੁਸੀਂ ਆਸ਼ਵਾਸਨ ਦਿੱਤਾ ਕਿ ਜਿੱਥੇ ਵੀ ਕਿਤੇ ਲੋੜ ਹੋਊਗੀ, ਕਿਉਂਕਿ ਲੋੜ ਤੁਹਾਨੂੰ ਪਤਾ ਹੀ ਵੀ ਅੱਜ ਸਰਕਾਰ ਬਣ ਗਈ ਹੈ, ਸਰਕਾਰ ਆਪ ਦੀ ਬਣ ਗਈ ਹੈ, ਪਰ ਜੇ ਤੁਸੀਂ ਕਹੋ ਨਾ ਵੀ ਇਹ ਆਪ ਦੀ ਸਰਕਾਰ ਦੇ ਕੋਈ ਮਤਲਬ ਇਹਨਾਂ ਨੇ ਚੰਗਾ ਸਮਝ ਕੇ ਪਾਇਆ, ਨਹੀਂ। ਅਕਾਲੀਆਂ ਤੋਂ ਕਾਂਗਰਸੀਆਂ ਤੋਂ ਲੋਕ ਅੱਕੇ ਪਏ ਸੀ, ਹੋਰ ਕੋਈ ਚਾਰਾ ਹੀ ਹੈ ਨਹੀਂ ਸੀ, ਇਹਨਾਂ ਨੂੰ ਵੋਟਾਂ ਪਾਉਣੀਆਂ ਹੀ ਪੈਣੀਆਂ ਸੀਗੀਆਂ, ਕਿਉਂਕਿ ਤੀਜਾ ਬਦਲੇ ਸੀਗਾ। ਹੁਣ ਜਿਹੜੇ 5 ਸਾਲ ਹੋਣਗੇ, ਹੁਣ ਇਹਨਾਂ ਦਾ ਪਤਾ ਲੱਗੂਗਾ ਇਹ ਚੰਗੇ ਹੈ ਕਿ ਮਾੜੇ ਹੈ। ਜੇ ਤਾਂ ਇਹਨਾਂ ਨੇ ਚੰਗਾ ਕੰਮ ਕੀਤਾ, ਚਾਹੇ ਘਰੇ ਸੌ ਜਾਣ ਲੋਕ, ਡੱਬੇ ਭਰ ਦੇਣਗੇ ਇਹਨਾਂ ਦੇ, ਅਤੇ ਜੇ ਇਹਨਾਂ ਨੇ ਉਹੀ ਕੀ ਕੰਮ ਕੀਤਾ ਜਿਵੇਂ ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਅਤੇ ਫਿਰ ਜਿਹੜਾ ਕੁਛ ਇਹਨਾਂ ਵੱਡਿਆਂ ਲੋਕਾਂ ਨਾਲ ਹੋਇਆ ਉਹੀ ਹਾਲ ਇਹਨਾਂ ਨਾਲ ਹੋਣਾ। ਸੋ ਆਪਾਂ 5 ਸਾਲਾਂ ਬਾਅਦ ਇਹਨਾਂ ਬਾਰੇ ਗੱਲ ਕਰਾਂਗੇ। ਸੋ ਹੁਣ ਇਹਦੀ ਬਦਲੀ ਰੱਦ ਹੋ ਜਾਣੀ ਹੈ, ਕਿਉਂਕਿ ਸਰਕਾਰ ਆਪ ਦੀ ਹੈ, ਪਰ ਜਿਹੜਾ ਆਪਾਂ ਤਹੀਆ ਕੀਤਾ, ਅਤੇ ਮਹਿੰਦਰਪਾਲ ਜੀ ਨੇ ਵੀ ਬੋਲਿਆ ਕਿ ਮੇਰੀ ਜਿਹੜੀ ਟੇਕ ਹੋਊਗੀ ਉਹ ਸੰਘਰਸ਼ਾਂ 'ਤੇ। ਬਹੁਤ ਵਧੀਆ ਗੱਲ ਹੈ, ਕਿਉਂਕਿ ਸੰਘਰਸ਼ ਅਤੇ ਜਿਹੜਾ ਸਾਡਾ ਲਾ ਕਾਨੂੰਨ ਹੈ, ਜਿਹਨੂੰ ਆਪਾਂ ਕਹਿੰਦੇ ਹਿੰਦੁਸਤਾਨ ਦੇ, ਉਹ ਦੋਨੇ ਉਲਟ ਦਿਸ਼ਾ 'ਚ ਚੱਲਦੇ ਹੈ। MLA ਜਾਂ ਸਰਕਾਰ ਜਾਂ ਚੁਣਿਆ ਹੋਇਆ ਕੋਈ ਵੀ ਨੁਮਾਇੰਦਾ ਉਹਦੇ ਇੱਕ ਦਾਇਰੇ 'ਚ ਚੱਲਦਾ ਹੈ। ਜਿਹੜੇ ਕਾਨੂੰਨ ਬਣਾਏ ਸੀ, ਜਿਵੇਂ ਖੇਤੀਬਾੜੀ ਕਾਨੂੰਨ ਬਣਾਏ ਸੀਗੇ, ਉਹ ਪਾਰਲੀਮੈਂਟ ਦੇ ਵਿੱਚ ਆਰਡੀਨੈਂਸ ਲੈ ਕੇ ਆਏ, ਫਿਰ ਉਹਨਾਂ ਨੂੰ ਲਾਗੂ ਕੀਤਾ, ਉਹਨਾਂ ਨੇ ਆਪਦੀ ਬਹੁਤ ਸੰਮਤੀ ਨਾਲ ਪਾਸ ਕਰਾ ਲਏ, ਰਾਸ਼ਟਰਪਤੀ ਨੇ ਉਹਦੇ ਸਾਈਨ ਕਰਤੇ, ਅਤੇ ਉਹ ਲਾ ਬਣ ਗਏ, ਕਾਨੂੰਨ ਬਣ ਗਏ। ਉਹ ਕੋਈ ਗਲਤ ਨਹੀਂ ਸੀ ਬਣੇ, ਪਰ ਉਹ ਸਾਡੇ ਕਿਸਾਨਾਂ ਦੇ ਹਿਸਾਬ ਨਾਲ ਗਲਤ ਸੀ, ਅਤੇ ਜਦੋਂ ਉਹਨਾਂ ਨੂੰ ਰੱਦ ਕਰਾਇਆ, ਉਹ ਰੱਦ ਹੀ ਨਹੀਂ ਸੀ ਕਰਾ ਸਕਦੇ ਪਾਰਲੀਮੈਂਟ ਦੇ ਵਿੱਚ, ਸੰਘਰਸ਼ ਨੇ ਰੱਦ ਕਰਾਇਆ। ਮਤਲਬ ਜਿਹੜਾ ਕੰਮ ਸੰਘਰਸ਼ ਕਰ ਸਕਦਾ, ਉਹ ਇੱਥੋਂ ਦੀ ਪਾਰਲੀਮੈਂਟ, ਇੱਥੋਂ ਦੀ ਵਿਧਾਨ ਸਭਾ ਵੀ ਨਹੀਂ ਕਰ ਸਕਦੀ। ਸੋ ਅਸੀਂ ਸੰਘਰਸ਼ 'ਤੇ ਟੇਕ ਰੱਖਣ ਵਾਲੇ ਲੋਕ ਹੈ। ਸੋ ਮੈਂ ਜ਼ਿਆਦਾ ਗੱਲਾਂ ਨਾ ਕਰਾਂ, ਅੰਤ ਦੇ ਵਿੱਚ ਇਹੀ ਵੀ ਜਿੰਨੇ ਵੀ ਸਾਥੀ ਸਾਡੇ ਵੀਰ ਪਹੁੰਚੇ ਹੈ, ਉਹਨਾਂ ਦਾ ਅਸੀਂ ਟਰੱਸਟ ਵੱਲੋਂ, ਰੂਰਲ NGO ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਅੱਗੋਂ ਵੀ ਖੜੋਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇੱਕ ਆਪਾਂ ਨੂੰ NGO ਫੈਡਰੇਸ਼ਨ ਬਣਾਉਣੀ ਚਾਹੀਦੀ ਹੈ। ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ। ਆਪਾਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੀ ਇੱਕ ਸ਼ਹਿਰ ਦੀਆਂ ਅਤੇ ਪਿੰਡਾਂ ਦੀਆਂ ਦੀ ਇੱਕ ਫੈਡਰੇਸ਼ਨ ਬਣਾਈਏ, ਔਰ ਹੁਣ ਸਾਰੀਆਂ ਕਮੇਟੀਆਂ ਜਿਹੜੀਆਂ ਅਸੀਂ ਉਹ ਭੰਗ ਕਰਵਾ ਦੇਣੀਆਂ। ਜਿੰਨੀਆਂ ਪ੍ਰਸ਼ਾਸਨਿਕ ਕਮੇਟੀਆਂ ਬਣੀਆਂ ਉਹ ਸਾਰੀਆਂ ਭੰਗ ਕਰਵਾ ਕੇ ਹਰੇਕ ਕਮੇਟੀ ਦੇ ਵਿੱਚ ਵੱਖਰਾ ਮੈਂਬਰ ਦੇਣਾ। ਇਹ ਨਹੀਂ ਹੈ ਕਿ ਇੱਕੋ ਬੰਦਾ 20-22 ਕਮੇਟੀਆਂ ਦੇ ਵਿੱਚ ਤੁਰਿਆ ਫਿਰਦਾ। ਹੁਣ ਇਵੇਂ ਹੀ ਚੱਲ ਰਿਹਾ ਕਿ ਇਕੱਲਾ SK ਬਾਂਸਲੀ NGO ਦਿੰਦਾ ਇਹਨਾਂ ਨੂੰ, ਜ਼ਿਲ੍ਹੇ 'ਚ ਹੋਰ ਕੋਈ ਦਿੰਦਾ ਹੀ ਨਹੀਂ। ਠੀਕ ਹੈ ਨਾ, ਠੀਕ ਹੈ ਨਾ। ਸੋ ਇਸ ਕਰਕੇ ਆਪਾਂ ਇੱਕ ਫੈਡਰੇਸ਼ਨ ਬਣਾਈਏ। ਮੈਂ ਚਾਹੂੰਗਾ ਕਿ ਜੱਸਲ ਸਾਹਿਬ ਜਾਂ VP ਸੇਠੀ ਵਰਗੇ ਬੰਦੇ ਜਿਹੜੇ ਹੈਗੇ ਆ, ਉਹ ਇਹਨੂੰ ਅਗਵਾਈ ਦੇਣ, ਜਿਨ੍ਹਾਂ ਕੋਲ ਸਮਾਂ, ਰਿਟਾਇਰਡ ਹੈਗੇ ਆ। ਅਤੇ ਜਿਵੇਂ ਸਾਡੇ ਸੁਖਦੇਵ ਬਰਾੜ ਜੀ ਹੈਗੇ, ਸੰਨਿਆਸੀ ਜੀ ਹੈਗੇ ਆ, ਜਾਣੀ ਦੀ ਸਾਡੇ ਰਾਮ ਸਿੰਘ ਜੀ ਜਾਨੀਆ ਸਾਹਿਬ ਬੈਠੇ ਆ। ਸੋ ਇਹੋ ਜਿਹੇ ਬੰਦੇ ਅਸੀਂ ਉਹਨਾਂ ਕਮੇਟੀਆਂ ਦੇ ਵਿੱਚ ਫਿੱਟ ਕਰੀਏ, ਜਿਹੜੇ
जिन्ना पैसा आउंदा है सरकार वालों उन्ने सारे का सारा पैसा जिहड़ा वो लगे उदों वध के लगे तो भाव हुंदा कि एक बंदा हुंदा भी जिन्हें ग्रांट आई लाख रुपया उहदे च जिहड़ा 10-20 हज़ार ला के उन्हें 80,000 छकना हुंदा। एक बंदा हुंदा भी उन्हें एक लाख रुपया ग्रांट आई उहदे च 20,000 रुपया जोड़ के लाउणा नाल। आम तौर पर समाज सेवी संस्थावां इस तरह करदियां कि जेकर उन्होंने कितों पासों मदद मिल जाती है तो आपदे आले दुआले भी पैसे इकट्ठे करके वो पैसे नूं वधा के काम करदियां, जबकि प्रशासनिक पद्धर ते की कीता जांदा है कि वो पैसे नूं खाधा जांदा है, सारिਆਂ ਦੀ हिस्सा पत्ती वंडी जाती है। ये तो जो गल्लां चल पैंदियां उदों साला मन होर खराब हो जाता है भी गल्लां याद आउण लग पैंदियां जदों ते पर सिस्टम साडा वाकई बहुत माड़ा है। इनू ठीक करना दुरुस्त करना ये भी एक कोई माड़ा मोटा कह लो काम नहीं हैगा। ਇਹਦੇ ਲਈ भी सानू जिस तरह रोडे साहब ने गल की है भी सानू ही पहल करनी पैनी है, क्योंकि जिहड़ी चेंज आई है इस चेंज नू सही अर्थां दे विच चेंज बना के बदलाव बना के लैके जाना। और बदलाव की है ये बदलाव दिसूगा तां ही जे असी जिहड़ा भ्रष्टाचार की जड़ नूं हत्थ पावांगे। जड़ कित्थे बैठी है? साडियां NGO संस्थावां दे विच बैठी। मैं दावे ना कहना ਜਿਹੜੀਆਂ NGO संस्थावां सरकार तो प्रोजैक्ट लैके काम कर रही हैं। मेरे नाल ये घटना वापरी 2010 ਦੇ ਵਿੱਚ मैं ਜਦੋਂ ਨਵਾਂ NGO ਦਾ ਪ੍ਰਧਾਨ ਬਣਿਆ ਤਾਂ ਮੇਰੇ ਮਨ ਦੇ ਵਿੱਚ ਬੜਾ ਉਤਸ਼ਾਹ ਸੀ। ਆ ਜਾਨੀਆਂ ਹੁਣੀ ਇਸ ਗੱਲ ਦੇ ਗਵਾਹ ਹੈ। मैं सेंटर गौरमेंट ਨੂੰ 6 ਪ੍ਰੋਜੈਕਟਾਂ ਦੀਆਂ ਪ੍ਰਪੋਜ਼ਲਾਂ ਬਣਾ ਕੇ ਭੇਜੀਆਂ ਜਿਹਦੇ ਤੇ ਮੈਨੂੰ ਤਕਰੀਬਨ 44 ਲੱਖ ਰੁਪਇਆ ਸੈਂਕਸ਼ਨ ਹੋ ਗਿਆ। 44 ਲੱਖ ਰੁਪਇਆ ਸੈਂਕਸ਼ਨ ਹੋ ਗਿਆ। ਉਸ ਤੋਂ ਬਾਅਦ ਮੈਨੂੰ ਦਿੱਲੀ ਬੁਲਾਇਆ ਜੀ ਉਹਨਾਂ ਨੇ। दिल्ली बुलाया जो मैं उन्होंने दफ्तर गया तो मैनू जोड़ा एक बंदा बाहर मिलता है वो कहता जी तुहाडा प्रोजैक्ट सैंक्शन हो गया। मैं कहा हाँ जी धन्यवाद जी तुहाडा बहुत बहुत। कहते धन्यवाद ना नहीं सरना। मैं कहा हाँ जी होर। कहते भी तुसीं ये दसो भी किन्ने % कढ़िया। मैं कहा जी किन्ने % का मतलब की? कहते जी तुसीं नवें हो तुहाडी NGO पहली बारी प्रोजैक्ट अप्लाई किया? मैं कहा हाँ जी पहली बारी। कहते फिर आ जाओ अंदर आ जाओ। अंदर लै गया मैनू बिठा के टेबल ते मेरा फोन रखा लिया टेबल ते इस तरह भी कोई रिकॉर्डिंग ना करता होवे। टेबल ते फोन रखा के फिर मैनू कह रहे हैं कि जी ये 30% चलता है। मैं कहा जी किवें? कहते भी जिन्ना तुहानू सैंक्शन होया 44 लाख रुपया उहदा 30% तुहानू जिहड़ा हैगा वो कढ़ना पैना विचों। मैं कहा अच्छा जी। मैं कहा 44 लाख चों 14 लाख तो उड़ गया, रह गया 30 लाख। मैं कहा 30 लाख दे विचों कहते जी वो तुहानू तो डिस्ट्रिक्ट एडमिनिस्ट्रेशन की कमेटी बनूगी ये वो तुहाडे हर 3 महीनों बाद प्रोजैक्ट की रिव्यू करया करूगी, इस तरह होया करू ये करो। मैं कहा मेरे दा मतलब उन्होंने भी हिस्सा देना पैना? कहते हाँ जी 2-4% तो उन्हों का भी हुंदा। मैं कहा भाई जी आ रखो तुसीं आपदा 44 लाख रुपया, मैनू नहीं चाहिए। मैं वो 6 दे 6 प्रोजैक्ट उत्थे ही छड्ड के आ गया। क्यों? क्योंकि 14 लाख के बिल तो मैनू पहलां ही जाली पाउणे पैणे सी। 44 चों 30 लाख ही तो मैनू मिलना ही, 14 लाख के बिल का पहले ही जाली पै गए। तो जे जिला पद्धर ते मैनू हरेक 3 महीने बाद वो रिव्यू मीटिंग भी करवानी पैनी है, वह खर्चा 15-20 हज़ार रुपया इन्होंने पा दिया करना ही मैनू हरेक 3 महीनों बाद। यदा मतलब मैं तो जो 44 लाख रुपया बाई जी इसे काम तो जाऊँ, मैं तो लोगों ते कख नहीं ला सकता। मैं वो प्रोजैक्ट छड्ड ते धन्नवाद सहित मैं अज तक आपदी NGO दे विच एक भी सरकारी पैसा नहीं वरत्या, एक भी सरकारी पैसा। अज जेकर एड्डी वड्डी संस्था खड़ी है, रूरल NGO खड़ी है, सरबत दा भला चल रहा है, तो साडे डॉक्टर SP सिंह अबराए जी की रहनुमाई दे विच चल रहा, उन्हां दे खर्चे नाल चल रहा। जेकर साडी रूरल NGO चल रही है तो साडी मैंबरां दी कॉन्ट्रीब्यूशन दे नाल चल रही है। असीं आपदी इनकम दे वास्ते सोर्स बनाए हुए है। असी LIC का प्रोजैक्ट कर रहे हैं जिहदे च सानू 10% कमीशन मिलता है। असी 100 रुपए दीयां पॉलिसियां कर रहे हैं लोगों दीयां आपदी इनकम बनाउण वास्ते। सो कहण तो भाव की है कि असी जदों सानू पता लग्या भी ये करप्शन इन्ने डूंघे पद्धर ते NGO संस्थावां दे विच आई भी है, उदों दे 2010 तो ही मैं मन दे विच धर लिया सी भी ये सिस्टम बदलना है। और उदों तो ही मैं फिर अन्ना हज़ारे अंदोलन दे विच गया सी। और उदों बाद तुहाडे सामने सारी हुण तक की जिहड़ी सिचुएशन आ तुहाडे सामने आ गई होनी है भी मैनू जेकर मेरे ते इन्ने वार होए है तो उहदे पिछे कारण की सी।
ਉਹਦੇ ਪਿੱਛੇ ਕਾਰਨ ਇਹੀ ਸੀ ਕਿਉਂਕਿ ਮੈਂ ਮੇਰੇ ਭਾਸ਼ਣਾਂ ਦੇ ਵਿੱਚੋਂ, ਮੇਰੀਆਂ ਗੱਲਾਂ ਦੇ ਵਿੱਚੋਂ, ਮੇਰੇ ਕੰਮਾਂ ਦੇ ਵਿੱਚੋਂ ਇਹਨਾਂ ਨੂੰ ਆਮ ਆਦਮੀ ਪਾਰਟੀ ਦੀ ਝਲਕ ਆਉਂਦੀ ਸੀ ਔਰ ਇਹਨਾਂ ਦੇ ਅੰਦਰ ਇੱਕ ਖੌਫ ਪੈਦਾ ਹੋਇਆ ਵਾ ਸੀਗਾ ਕਿ ਇਹ ਬੰਦਾ ਜੇ ਮੋਗੇ ਦੇ ਵਿੱਚ ਰਹੂਗਾ ਤਾਂ ਸਾਡਾ ਇਹਨਾਂ ਨੇ ਕੱਖ ਨਹੀਂ ਛੱਡਣਾ। ਇਸੇ ਕਰਕੇ ਜਿਹੜਾ ਹੈਗਾ 2015 ਦੇ ਵਿੱਚ ਮੈਨੂੰ ਇਹਨਾਂ ਨੇ ਸਸਪੈਂਡ ਕਰਵਾਇਆ, 17 ਦੇ ਵਿੱਚ ਮੇਰੀ ਬਦਲੀ ਫਰੀਦਕੋਟ ਕਰਾਈ ਔਰ 22 ਦੇ ਵਿੱਚ ਮੇਰੀ ਬਦਲੀ ਪਟਿਆਲੇ ਕਰਵਾਈ। ਪਰ ਇਹ ਲੋਕ ਇਹ ਨਹੀਂ ਸਮਝਦੇ ਕਿ ਜਦੋਂ ਲੋਕ ਬਦਲਾਅ ਕਰਨ ਲਈ ਮਨ ਬਣਾ ਲੈਂਦੇ ਆ ਨਾ, ਫਿਰ ਵੱਡੇ ਵੱਡੇ ਲੀਡਰ ਵੀ ਜਿਹੜੇ ਉਹ ਡਿੱਗਦੇ ਆ। ਤੁਹਾਡੇ ਸਾਹਮਣੇ ਆ ਇੱਧਰ ਕਿੱਡੇ ਕਿੱਡੇ ਵੱਡੇ ਵੱਡੇ ਥੰਮ ਡਿੱਗੇ ਆ। ਸੋ ਇਹ ਲੋਕਾਂ ਨੂੰ ਇੰਨਾ ਤੰਗ ਨਾ ਕਰੋ, ਨਾ ਕਰੋ, ਨਾ ਕਰੋ ਕਿ ਉਹਨਾਂ ਦੇ ਅੰਦਰ ਜਿਹੜੀ ਬਲਦੀ ਅੱਗ ਆ ਉਹ ਭਾਂਬੜ ਬਣ ਜੇ ਅਤੇ ਤੁਹਾਨੂੰ ਸੁਆਹ ਕਰਦੇ ਉਹ। ਇਹ ਬਲਦੀ ਅੱਗ ਜਿਹੜੀ ਸਾਡੇ ਵਰਗੇ ਲੋਕਾਂ ਦੇ ਅੰਦਰ ਬਲਦੀ ਅੱਗ ਸੀ, ਉਸੇ ਨੇ ਸੁਆਹ ਕੀਤਾ ਇਹਨਾਂ ਨੂੰ, ਉਸੇ ਗੁੱਸੇ ਨੇ ਇਹਨਾਂ ਨੂੰ ਮਲੀਆ ਮੇਟ ਕੀਤਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹਨਾਂ ਰਾਜਨੀਤਿਕ ਪਾਰਟੀਆਂ ਲਈ ਸਬਕ ਵੀ ਹੈ। ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਸਿੰਗਲ ਪਾਰਟੀ ਸਿਸਟਮ ਹੋਵੇ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਬਹੁਤ ਜਿਹੜਾ ਹੈਗਾ ਰਾਜਨੀਤਿਕ ਪਾਰਟੀਆਂ ਦਾ ਸਿਸਟਮ ਹੋਵੇ ਤਾਂ ਕਿ ਰਾਜਨੀਤੀ ਵੀ ਵਧੀਆ ਹੋਵੇ, ਪਾਏਦਾਰ ਹੋਵੇ, ਵਿਰੋਧੀ ਧਿਰ ਵੀ ਸਟਰੋਂਗ ਹੋਵੇ ਤਾਂ ਕਿ ਸਰਕਾਰ ਹੈ ਜਿਹੜੀ ਉਹ ਵੀ ਅਕਾਊਂਟੇਬਲ ਰਵੇ ਅਤੇ ਅਸੀਂ NGO ਸੰਸਥਾਵਾਂ ਵੀ ਸਰਕਾਰ ਦੀ ਅਕਾਊਂਟੇਬਿਲਿਟੀ ਚੈੱਕ ਕਰਦੀਆਂ ਰਹਿੰਦੀਆਂ, ਅੱਗੇ ਵੀ ਕਰਦੇ ਰਵਾਂਗੇ। ਚਾਹੇ ਸਰਕਾਰ ਇੱਕ ਇਨਕਲਾਬੀ ਸਰਕਾਰ ਆ ਗਈ, ਕੋਈ ਵੀ ਆ ਗਈ, ਮੰਨ ਲਓ ਸਾਡੇ ਮਨਪਸੰਦ ਦੀ ਸਰਕਾਰ ਆ ਗਈ, ਪਰ ਸਾਡਾ ਰਸਤਾ ਆਹੀ ਰਹਿਣਾ ਸੰਘਰਸ਼ਾਂ ਦਾ। ਸਾਨੂੰ ਆਪਣੇ ਸੰਘਰਸ਼ਾਂ 'ਤੇ ਟੇਕ ਰੱਖ ਕੇ ਚੱਲਣੀ ਪੈਣੀ ਹੈ। ਜਿਸ ਤਰ੍ਹਾਂ ਅਗਰਾਹਾਂ ਨਹੀਂ ਕਹਿੰਦਾ ਹੁੰਦਾ ਕਿ ਪ੍ਰਸ਼ਾਸਨ ਹੈ ਜਾਂ ਸਰਕਾਰ ਦਾ ਹਿੱਸਾ ਬਣਨ ਦੇ ਨਾਲ ਤਾਂ ਅਸੀਂ ਲੂਲੇ ਲੰਗੜੇ ਹੋ ਜਾਂਦੇ ਹਾਂ, ਅਸੀਂ ਅਪਾਹਜ ਹੋ ਜਾਂਦੇ ਹਾਂ, ਸਾਡੀ ਸੋਚ ਅਪਾਹਜ ਹੋ ਜਾਂਦੀ ਹੈ। ਅਸੀਂ ਆਪਦੀ ਸੋਚ ਨੂੰ ਅਪਾਹਜ ਨਹੀਂ ਹੋਣ ਦੇਣਾ। ਅਸੀਂ ਇਸੇ ਤਰ੍ਹਾਂ ਹੀ ਸੰਘਰਸ਼ਾਂ 'ਤੇ ਟੇਕ ਰੱਖਣੀ ਹੈ। ਅੱਜ ਮੈਨੂੰ ਚਾਹੇ ਆਮ ਆਦਮੀ ਪਾਰਟੀ ਦੇ ਬਹੁਤੇ ਲੀਡਰ ਇਹ ਗੱਲ ਕਹਿ ਰਹੇ ਆ ਕਿ ਵੀ ਤੇਰੀ ਬਦਲੀ ਅਗਲੇ ਹਫ਼ਤੇ ਰੱਦ ਹੋ ਜੂ, ਪਰ ਮੇਰੀ ਟੇਕ ਮੇਰੀ ਜਥੇਬੰਦੀ 'ਤੇ ਹੈ। ਜੇਕਰ ਮੈਂ ਆਪਦੀ ਬਦਲੀ ਰੱਦ ਕਰਵਾ ਕੇ ਆਊਂਗਾ ਤਾਂ ਆਪਦੀ ਜਥੇਬੰਦੀ ਦੇ ਰਾਹੀਂ ਆਊਂਗਾ, ਨਾ ਕਿ ਆਮ ਆਦਮੀ ਪਾਰਟੀ ਦੇ ਰਾਹੀਂ, ਕਿਉਂਕਿ ਕੱਲ੍ਹ ਨੂੰ ਸਾਨੂੰ ਇਹਨਾਂ ਦੇ ਖਿਲਾਫ ਵੀ ਮੋਰਚਾ ਲਾਉਣਾ ਪੈ ਸਕਦਾ। ਇਹਨਾਂ ਨਾਲ ਅਸੀਂ ਕੋਈ ਰਜਿਸਟਰੀ ਨਹੀਂ ਕਰਵਾਈ, ਇਹ ਤਾਂ ਸਿਰਫ ਇੱਕ ਇਹ ਹੋਇਆ ਕਿ ਸਾਨੂੰ ਇਹਨਾਂ 'ਚੋਂ ਚੇਂਜ ਦਿੰਦੀ ਸੀ ਵੀ ਹਾਂ ਇਹ ਕੁਛ ਕਰ ਸਕਦੇ ਆ, ਇਸ ਕਰਕੇ ਅਸੀਂ ਇਹਨਾਂ ਲੋਕਾਂ ਦਾ ਸਾਥ ਦਿੱਤਾ ਔਰ ਇਹਨਾਂ ਨੂੰ ਪਰਖਣ ਵਾਸਤੇ 5 ਸਾਲ ਵਾਸਤੇ ਲੈ ਕੇ ਆਂਦਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਥੀ। ਉੱਘੇ ਸਮਾਜ ਸੇਵੀ ਡਾਕਟਰ SP ਸਿੰਘ ਉਬਰਾਏ ਦਾ ਸ਼ਲਾਘਾਯੋਗ ਉਪਰਾਲਾ। ਸਨੀ ਉਬਰਾਏ ਕਲੀਨਿਕਲ ਲੈਬ ਐਂਡ ਡਾਇਗਨੋਸਟਿਕ ਸੈਂਟਰ। ਸਾਰੇ ਟੈਸਟ ਸਿਰਫ ਲਾਗਤ ਰੇਟਾਂ ਤੇ, ਉੱਚ ਤਕਨੀਕ ਅਤੇ ਤਜਰਬੇਕਾਰ ਸਟਾਫ। ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸਨੀ ਉਬਰਾਏ ਕਲੀਨਿਕਲ ਲੈਬ ਐਂਡ ਡਾਇਗਨੋਸਟਿਕ ਸੈਂਟਰ, ਬਸਤੀ ਗੋਬਿੰਦਗੜ੍ਹ ਨੇੜੇ ਗੁਰਦੁਆਰਾ ਸਾਹਿਬ ਮੋਗਾ। ਸੰਚਾਲਕ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ।